ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੀ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਮੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਇੱਕ ਦੱਸਿਆ ਗੁਰੂ ਬਾਕ ਕੀ ਸਖਤ ਬਿਲੋਕ, ਬਿਗਸੇ ਸਰਦਾਲੂ ਸਭ ਲੋਕ। ਗੁਰ ਕੀ ਕੀਰਤ ਘਰ ਘਰ ਭਰੀ, ਰਾਏ ਬੇਲ ਚਬੇਲੀ ਖਿਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਸਤਿਗੁਰਾਂ ਨੇ ਸਿੱਖ ਸੰਗਤਾਂ ਦੇ ਨਗਰ ਨਿਵਾਸੀਆਂ ਦੇ ਕਹਿਣ 'ਤੇ ਪਹਿਲਾਂ ਔੜ ਤੋੜਨੀ, ਭਾਵ ਕਾਲ ਜੋ ਪੈ ਜਾਂਦਾ ਸੀ, ਲੰਮਾ ਸਮਾਂ ਮੀਂਹ ਨਹੀਂ ਸੀ ਪੈਂਦਾ, ਉਹਨੂੰ ਖਤਮ ਕੀਤਾ ਔਰ ਮੀਂਹ ਸ਼ੁਰੂ ਕੀਤਾ। ਅਤੇ ਜਦ ਮੀਂਹ ਸ਼ੁਰੂ ਕੀਤਾ ਅਤੇ 3 ਦਿਨ ਅਤੇ 3 ਰਾਤਾਂ ਮੀਂਹ ਪੈਂਦਾ ਰਿਹਾ। ਫਿਰ ਜਦੋਂ ਬਹੁਤ ਜ਼ਿਆਦਾ ਪਾਣੀ ਹੋ ਗਿਆ ਅਤੇ ਫਿਰ ਨਗਰ ਨਿਵਾਸੀ ਕਹਿੰਦੇ ਜੀ ਬਸ ਕਰੋ, ਹੁਣ ਇਹਨੂੰ ਬੰਦ ਕਰ ਦਿਓ, ਬਹੁਤ ਪੈ ਗਿਆ। ਅਤੇ ਪਾਤਸ਼ਾਹ ਕਹਿੰਦੇ ਡੱਲੇ ਨੂੰ ਰਲਿਆ, ਇਹਨਾਂ ਬੱਦਲਾਂ ਦੇ ਮਾਰ 4 ਛਿੱਤਰ ਆਪੇ ਭੱਜ ਜਾਣਗੇ। ਤਾਂ ਪਾਤਸ਼ਾਹ ਦਾ ਕੌਤਕ ਸੀ, ਡੱਲੇ ਨੇ 4 ਵਾਰੀ ਤਾਹਾਂ ਨੂੰ ਜੁੱਤੀ ਮਾਰੀ ਅਤੇ ਉਹ ਕਹਿੰਦੇ ਬੱਦਲ ਅਲੋਪ ਹੀ ਹੋ ਗਏ, ਮੌਸਮ ਸਾਫ਼ ਹੋ ਗਿਆ, ਮੀਂਹ ਬੰਦ ਹੋ ਗਿਆ। ਸਾਰੇ ਨਗਰ ਨਿਵਾਸੀ ਕਹਿਣ ਲੱਗੇ ਯਾਰ ਗੁਰੂ ਦਾ ਬਚਨ ਚੱਲਦਾ। ਔਰ ਦੇਖੋ ਗੁਰੂ ਦੇ ਕਹਿਣ 'ਤੇ ਮੀਂਹ ਪੈਣ ਲੱਗ ਗਿਆ, ਗੁਰੂ ਦੇ ਕਹਿਣ 'ਤੇ ਮੀਂਹ ਬੰਦ ਵੀ ਹੋ ਗਿਆ। ਐਸੇ ਗੁਰੂ ਨੂੰ ਮੰਨਣਾ ਚਾਹੀਦਾ। ਜਿਹੜੇ ਗੁਰੂ ਦੇ ਬਚਨ ਨਹੀਂ ਮੰਨਦੇ ਉਹਨਾਂ ਦੇ ਬਹੁਤ ਮਾੜੇ ਭਾਗ ਆ। ਔਰ ਇਸ ਤਰ੍ਹਾਂ ਸਿੱਖ ਸੰਗਤਾਂ ਖੁਸ਼ੀ ਖੁਸ਼ੀ ਸਤਿਗੁਰਾਂ ਦੀ ਸਿਫਤ ਕਰਦੀਆਂ ਘਰਾਂ ਨੂੰ ਚਲੀਆਂ ਗਈਆਂ। ਅਗਲੀ ਸਾਖੀ ਆਰੰਭ ਹੁੰਦੀ ਹੈ। ਇੱਕ ਝੂਲਣਾ ਨਾਮ ਦਾ ਸਿੰਘ ਹੈ ਜੋ ਹਮੇਸ਼ਾ ਦੋਤਾਰਾ ਲੈ ਕੇ ਮੋਢੇ 'ਤੇ ਰੱਖ ਕੇ ਵਜਾਉਂਦਾ ਰਹਿੰਦਾ ਖੁਸ਼ੀ ਦੇ ਵਿੱਚ। ਆਓ ਇਹ ਸਾਖੀ ਨੂੰ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗੁਰੂ ਬਾਕੀ ਸਾਖਤ ਬਿਲੋਕ, ਬਿਗਸੇ ਸ਼ਰਧਾਲੂ ਸਭ ਲੋਕ। ਜਦੋਂ ਸਤਿਗੁਰਾਂ ਨੇ ਡੱਲੇ ਨੂੰ ਕਿਹਾ ਇਹਨਾਂ ਬੱਦਲਾਂ ਦੇ ਮਾਰ 4 ਛਿੱਤਰ ਭੱਜ ਜਾਣਗੇ, ਉੱਡ ਜਾਣਗੇ, ਉਹੀ ਗੱਲ ਹੋਈ। ਸਤਿਗੁਰਾਂ ਦੇ ਬਚਨਾਂ ਦੀ ਸ਼ਕਤੀ ਵੇਖ ਕੇ ਨਗਰ ਨਿਵਾਸੀ ਸਿੱਖ ਸੰਗਤਾਂ ਬੜੀਆਂ ਹੀ ਸ਼ਰਧਾ ਵਿੱਚ ਆ ਗਈਆਂ ਜੀ। ਗੁਰ ਕੀ ਕੀਰਤ ਘਰ ਘਰ ਭਰੀ, ਰਾਏ ਬੇਲ ਚਬੇਲੀ ਖਿਰੀ। ਤਾਂ ਗੁਰੂ ਪਿਆਰਿਓ ਉਸ ਵੇਲੇ ਕਹਿੰਦੇ ਸਤਿਗੁਰਾਂ ਦੀ ਸਿਫਤ ਨਗਰ ਵਿੱਚ ਇੰਨੀ ਹੋਣ ਲੱਗੀ ਜਿਵੇਂ ਕਿ ਫੁੱਲਾਂ ਦੀ ਖੁਸ਼ਬੂ ਫੈਲ ਗਈ ਹੋਵੇ। ਇੱਕ ਝੂਲਣ ਸਿੰਘ ਨਾਮ ਫਿਰੰਤਾ, ਹਾਥ ਦੁਤਾਰਾ ਰੁਚਰ ਬਜੰਤਾ। ਤਾਂ ਉਹਨਾਂ ਦਿਨਾਂ ਦੀ ਗੱਲ ਹੈ
ਕਿ ਝੂਲਣਾ ਨਾਮ ਦਾ ਇੱਕ ਸਿੱਖ ਸੀਗਾ ਜਿਹੜਾ ਹੱਥ ਵਿੱਚ 2 ਤਾਰਾ ਲੈ ਕੇ ਹਮੇਸ਼ਾ ਵਜਾਉਂਦਾ ਰਹਿੰਦਾ ਜੀ। ਮਾਤ ਸੁੰਦਰੀ ਕੀ ਸੁਨ ਦਾਸੀ, ਸੁਨ ਕੇ ਕਹਿਓ ਬਾਕ ਤਿਸ ਪਾਸੀ। ਤੇ ਕਿਤੇ ਇਹ ਸਤਿਗੁਰਾਂ ਦੇ ਰਿਹਾਇਸ਼ ਦੇ ਨੇੜੇ, ਮਹਿਲਾਂ ਦੇ ਰਿਹਾਇਸ਼ ਦੇ ਨੇੜੇ ਜਾ ਕੇ ਇਹ 2 ਤਾਰਾ ਵਜਾਉਣ ਲੱਗਿਆ। ਤੇ ਜਿਹੜੀ ਮਾਤਾ ਸੁੰਦਰ ਕੌਰ ਜੀ ਦੀ ਸੇਵਕਾ ਸੀ, ਦਾਸੀ ਸੀ, ਉਹ ਕਹਿਣ ਲੱਗੇ ਏਠਾ ਕਹਾਂ ਬਜਾਵਨ ਕਰੈ, ਚਾਹੇ ਬਜਾਏ ਜੇ ਆਵੋ ਉਰੈ। ਤਾਂ ਉਹ ਦਾਸੀ ਕਹਿਣ ਲੱਗੀ ਭਾਈ ਤੂੰ ਇੱਥੇ ਕਿਉਂ ਵਜਾਉਣਾ ਹੈ? ਜੇ ਤੂੰ ਵਜਾਉਣੇ ਚਾਹੁੰਦਾ ਤਾਂ ਉਰੇ ਆ। ਸੁਣ ਝੂਲਣ ਸਿੰਘ ਬੂਝਤਾ ਹੈ, ਮਾਤਾ ਕਹੈ ਕਿਦੂ ਤੂੰ ਕਹੈ। ਔਰ ਝੂਲਣ ਸਿੰਘ ਨੇ ਪੁੱਛਿਆ ਵੀ ਇਹ ਤੂੰ ਕਿਹਾ ਜਾਂ ਮਾਤਾ ਸੁੰਦਰੀ ਜੀ ਕਹਿੰਦੇ ਹਨ? ਮਾਤਾ ਕਹੇ ਨਾ ਹੋਈ ਕਹੋ, ਰਿਸ ਨਾ ਹੋਣ ਦਿਓ ਇਮ ਚਿਤ ਚਾਹੋ। ਔਰ ਕਹਿਣ ਲੱਗੀ ਬੀਬੀ ਕਿ ਮਾਤਾ ਜੀ ਕਹਿੰਦੇ ਹਨ, ਮੈਂ ਨਹੀਂ ਕਹਿੰਦੀ, ਉਹਨਾਂ ਨੂੰ ਗੁੱਸੇ ਨਹੀਂ ਹੋਣ ਦੇਵਾਂਗੀ, ਤੂੰ ਆ ਕੇ ਗੱਲ ਸੁਣ। ਸੁਣ ਝੂਲਣ ਸਿੰਘ ਤਾਹਾਂ ਪਦਾਰਾ, ਸੁਰ ਕੋ ਕਰਤ ਬਜਾਏ 2 ਤਾਰਾ। ਔਰ ਝੂਲਣ ਸਿੰਘ ਮਾਤਾ ਸੁੰਦਰੀ ਜੀ ਦੇ ਕੋਲ ਆ ਗਿਆ ਹੈ। ਮਾਤਾ ਜੀ ਕਹਿੰਦੇ ਵਜਾ ਕੇ ਸੁਣਾ ਭਾਈ। ਤੇ ਉਸ ਨੇ ਤਾਰਾਂ ਨੂੰ ਸੈੱਟ ਕਰਕੇ, ਸੁਰ ਕਰਨਾ ਹੁੰਦਾ ਹੈ, ਤਾਰਾਂ ਨੂੰ ਸੈੱਟ ਕਰਨਾ, ਢਿੱਲੀਆਂ ਵੀ ਨਹੀਂ ਵੱਜਦੀਆਂ, ਵਿਚਾਰੇ ਕਸੀਆਂ ਵੀ ਨਹੀਂ ਵੱਜਦੀਆਂ, ਤਾਂ ਉਹਨਾਂ ਨੂੰ ਸੁਰ ਕਰਕੇ ਇਸ ਨੇ ਵਜਾਉਣਾ ਕੀਤਾ ਹੈ ਜੀ। ਸੁੰਦਰੀ ਸੋ ਦਾਸੀ ਕਹਿ ਰਹੀ, ਸਿੰਘ 2 ਤਾਰਾ ਵਾਇਨ ਠਈ। ਔਰ ਮਾਤਾ ਸੁੰਦਰੀ ਜੀ ਨੂੰ ਦਾਸੀ ਨੇ ਕਹਿ ਦਿੱਤਾ ਕਿ ਇਹ ਸਿੰਘ 2 ਤਾਰਾ ਵਜਾਉਂਦਾ ਹੈ। ਬੂਝੋ ਮਾਤ ਸ਼ਬਦ ਕੋ ਗਾਵੇ, ਕਹਿਓ ਨਾ ਗਾਵੇ ਇਮੋ ਬਜਾਵੇ। ਔਰ ਮਾਤਾ ਜੀ ਕਹਿੰਦੇ ਪੁੱਛ ਕੇ ਇਹਨੂੰ ਕਿ ਸਾਜ ਦੇ ਨਾਲ ਕੋਈ ਸ਼ਬਦ ਵੀ ਗਾਉਣਾ ਕਿ ਇਕੱਲੇ ਹੀ ਵਜਾਈ ਜਾਂਦਾ ਹੈ? ਤੱਕ ਚਿਰਤ ਹੈ ਬੈਠ ਬਜਾਇਓ, ਉੱਠ ਝੂਲਣ ਸਿੰਘ ਬਾਹਰ ਸਿਧਾਇਓ। ਔਰ ਪੁੱਛਣਾ ਕੀਤਾ, ਕਹਿੰਦੇ ਇਦਾਂ ਹੀ ਵਜਾਉਂਦਾ ਹੈ, ਗਾਉਂਦਾ ਨਹੀਂ? ਕਿੰਨਾ ਚਿਰ ਝੂਲਣ ਸਿੰਘ ਕਹਿੰਦੇ ਬੈਠ ਕੇ ਬਾਜੇ ਨੂੰ, ਉਸ 2 ਤਾਰੇ ਨੂੰ, ਜੋ ਤੁੰਬੇ ਵਰਗਾ ਹੁੰਦਾ, ਵੱਡਾ ਤੁੰਬਾ ਹੁੰਦਾ, ਪਿੱਛੇ ਲੱਗਿਆ। ਔਰ ਗੁਰੂ ਪਿਆਰਿਓ 3 ਫੁੱਟ ਲੰਬਾ ਡੰਡਾ ਜਾਂ ਤਾਰਾਂ ਹੁੰਦੀਆਂ ਉਸ ਦੀਆਂ, ਤੇ ਉਹਨੂੰ ਮੋਢੇ ਤੇ ਲਾ ਕੇ ਵਜਾਇਆ ਜਾਂਦਾ। ਤਾਂ ਉਹ ਕਹਿਣ ਲੱਗੇ ਕਾਫੀ ਸਮਾਂ ਵਜਾਉਂਦਾ, ਫਿਰ ਚਲਿਆ ਗਿਆ। ਗੁਰੂ ਅਖੀਰ ਗਏ ਤਿਸ ਕਾਲਾ, ਆਏ ਸੰਧਿਆ ਪਰੀ ਕਿਰਪਾਲਾ। ਧੰਨ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਸ਼ਿਕਾਰ ਵੱਲ ਗਏ ਹੋਏ ਸਨ, ਜੰਗਲਾਂ ਵੱਲ ਗਏ ਸਨ, ਸ਼ਾਮਾਂ ਨੂੰ ਆਏ ਜੀ। ਝੂਲਣ ਸਿੰਘ ਮਨ ਵਿਖੇ ਵਿਚਾਰੀ, ਗੈਰਤ ਅਧਿਕ ਹਿਰਦੇ ਮੈਂ ਧਾਰੀ। ਔਰ ਝੂਲਣ ਸਿੰਘ ਨੇ ਮਨ ਵਿੱਚ ਵਿਚਾਰ ਕੀਤੀ, ਹਿਰਦੇ ਵਿੱਚ ਸੋਚਿਆ ਕਿ ਇਹ ਬਹੁਤ ਗੈਰਤ ਧਾਰਨ ਕੀਤੀ ਹੈ। ਮੁਝ ਤੇ ਮਨ ਮਤ ਪੀ ਅਧਿਕਾਈ, ਜੇ ਹੋਏ ਮਮ ਭਗਨੀ ਕਹਿ ਮਾਈ। ਔਰ ਕਹਿਣ ਲੱਗੇ ਬਹੁਤ ਸਾਰੇ ਲੋਕ ਤਾਂ ਮੇਰੇ ਨਾਲੋਂ ਵੀ ਬੜੇ ਮਨਮਤੀਏ ਹਨ, ਜੇ ਮੇਰੀ ਭੈਣ ਜਾਂ ਮਾਂ ਹੋਵੇ। ਤਾਹਾ ਕਹਾ ਮੈਂ ਏਵ ਬਜਾਹੋ, ਤਬ ਤੋ ਲਾਜ ਤਰੋ ਹਟ ਜਾਵੋ। ਔਰ ਫਿਰ ਮੈਂ ਇਸ ਤਰ੍ਹਾਂ 2 ਤਾਰਾ ਉੱਥੇ ਕਿਵੇਂ ਵਜਾਵਾਂ? ਬਹੁਤ ਦੁੱਖ ਪਾਇਆ ਅਧਿਕ ਪਛਤਾਇਓ, ਕਿਉਂ ਗੁਰ ਮਹਿਲਾ ਨਿਕਟ ਬਜਾਇਓ। ਔਰ ਸੋਚਣ ਲੱਗਿਆ ਵੀ ਗੁਰੂ ਦੇ ਮਹਿਲਾਂ ਦੇ ਕੋਲ ਜਾ ਕਰਕੇ ਮੈਂ ਇਹ ਜਿਹੜਾ 2 ਤਾਰਾ ਕਿਉਂ ਵਜਾਉਣਾ ਕੀਤਾ? ਲੈ ਤੀਖਨ ਤਬ ਕਰਦ ਚਲਾਈ, ਕਾਟ ਲਿੰਗ ਕੋ ਦਿਓ ਬਗਾਈ। ਔਰ ਗੁਰੂ ਪਿਆਰਿਓ ਉਸ ਵੇਲੇ ਕਹਿੰਦੇ ਇਸ ਦੇ ਮਨ ਵਿੱਚ ਪਤਾ ਨਹੀਂ ਕੈਸਾ ਫੁਰਨਾ ਆਇਆ। ਇਸ ਨੇ ਕਹਿੰਦੇ ਨੇਮ ਕਰਿਓ ਬੋਲਣ ਕੋ ਤਬੈ, ਧਾਰੀ ਮੌਨ ਆਰ ਬਨ ਸਬੈ। ਔਰ ਇਸ ਨੇ ਮੌਨ ਧਾਰ ਲਈ, ਕਹਿੰਦੇ ਅੱਜ ਤੋਂ ਬਾਅਦ ਨਾ ਬੋਲਣਾ ਕਿਸੇ ਨਾਲ, ਨਾ ਗੱਲ ਕਰਨੀ ਆ, ਨਾ 2 ਤਾਰਾ ਵਜਾਉਣਾ ਹੈ। ਸਿੰਘਨ ਹਾਲ ਦੇਖ ਤਿਸ ਕੀਰਾ, ਕਰਿਓ ਸੁਨਾਵਨ ਸਗਰੋ ਚੀਰਾ। ਤੋ ਇਹ ਸਾਰੀ ਗੱਲ ਕਿਤੇ ਸਿੰਘਾਂ ਨੂੰ ਪਤਾ ਲੱਗੀ ਵੀ ਸਿੰਘ ਨੂੰ ਕਿਤੇ ਮਾਤਾ ਜੀ ਨੇ ਪੁੱਛ ਲਿਆ ਵੀ ਕੋਈ ਸ਼ਬਦ ਵੀ ਗਾਉਣਾ ਕਿ ਇਕੱਲਾ 2 ਤਾਰਾ ਹੀ ਵਜਾਉਣਾ? ਇਹਨੇ 2 ਤਾਰਾ ਵਜਾਇਆ ਸੀ। ਇਹਦੇ ਮਨ ਵਿੱਚ ਪਤਾ ਨਹੀਂ ਕੀ ਆ ਗਿਆ। ਮਹਾਰਾਜ ਇਸ ਨੇ ਜਿਹੜਾ ਹੈ ਉਹ ਵਜਾਉਣਾ ਵੀ ਬੰਦ ਕਰਤਾ ਤੇ ਹੁਣ ਚੁੱਪ ਰਹਿੰਦਾ, ਗੱਲ ਨਹੀਂ ਕਰਦਾ। ਪ੍ਰਭ ਜੀ ਮੌਨ ਧਰੇ ਥਿਰ ਪਹਿਓ, ਸ਼ਰਵਣਤ ਬਹਿਓ ਸ਼ੀਸ਼ਨ ਕੱਟ ਦਿਓ। ਔਰ ਸਰੀਰ ਦਾ ਅੰਗ ਕੱਟ ਦਿੱਤਾ ਹੈ ਤੇ ਉਥੋਂ ਇਸ ਦੇ
ਖੂਨ ਵਗਦਾ ਹੈ। ਗੁਰ ਕੈ ਕਹਾ ਪਿਓ ਮਕੀਨਾ ਮਨ ਕੀ ਹਬਸ ਹੋਏ ਨਹੀਂ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮਨ ਦੀ ਜਿਹੜੀ ਹਿਰਸ ਹੈ, ਮਨ ਦੀ ਵਾਸ਼ਨਾ ਹੈ, ਉਹ ਇਸ ਤਰ੍ਹਾਂ ਤਾਂ ਖਤਮ ਨਹੀਂ ਹੁੰਦੀ। ਇਹ ਕਿਉਂ ਕੀਤਾ ਉਸਨੇ? ਕੇਤਕ ਚਿਰ ਮੇ ਘਾਵ ਚੀਰਾ ਬਸਿਓ ਜਾਏ ਪਿਖ ਥਾਨ ਚੰਗੇਰਾ। ਤੋ ਲੰਮੇ ਸਮੇਂ ਦੇ ਬਾਅਦ ਕਹਿੰਦੇ ਉਹਦਾ ਜਿਹੜਾ ਜ਼ਖਮ ਸੀ ਉਹ ਬੰਦ ਹੋ ਗਿਆ ਔਰ ਇਥੋਂ ਛੱਡ ਕੇ ਦੂਰ ਜਾ ਕੇ ਬੈਠ ਗਿਆ। ਚੱਕਰ ਬੈਠ ਪੇ ਤਲ ਸੋ ਹੋਏ ਰਹਿਓ ਇਕਾਕੀ ਇਕ ਮਨ ਹੋਏ। ਉਹ ਗੋਲਾਕਾਰ ਬੈਠਣ ਦੀ ਥਾਂ ਸੀ, ਉਹਦੇ ਉੱਤੇ ਹੀ ਜਾ ਕੇ ਬੈਠਾ ਰਿਹਾ ਇਕਾਂਤ ਵਿੱਚ। ਨਿਕਟ ਗ੍ਰਾਮ ਜੋ ਸੇਵਾ ਕਰੈ ਖਾਨ ਪਾਨ ਆਨੇ ਡਿਗ ਧਰੈ। ਉਹ ਨੇੜੇ ਜਿਹੜਾ ਪਿੰਡ ਸੀ ਉਹ ਨਗਰ ਨਿਵਾਸੀ ਉਸ ਦੀ ਸੇਵਾ ਕਰਦੇ ਨੇ ਔਰ ਉਸ ਨੂੰ ਖਾਣ ਪੀਣ ਲਈ ਸਮਾਨ ਵੀ ਦਿੰਦੇ ਐ। ਕਿਸੇ ਗ੍ਰਾਮ ਕੀ ਮਹਿਕੀ ਤੇਨਾ ਚਾਰਨ ਚਲੇ ਹਟਾਵੇ ਸੈਨ। ਕਹਿਣ ਲੱਗੀ ਉਸ ਪਿੰਡ ਦੀਆਂ ਮੱਝੀਆਂ ਗਾਵਾਂ ਜਦ ਚਾਰਨ ਜਾਂਦੇ ਸਨ ਤਾਂ ਇਲਾਕੇ ਦੇ ਨਾਲ ਪਿੰਡ ਦੇ ਜਿਹੜੇ ਲੋਕ ਸਨ ਉਹ ਹਟਾ ਦਿੰਦੇ ਸਨ। ਕਿਸੇ ਗ੍ਰਾਮ ਕੀ ਮਹਿਕੀ ਤੇਨਾ ਚਾਰਨ ਚਲੇ ਹਟਾਵਨ ਸੈਨ। ਔਰ ਇਸ ਤਰ੍ਹਾਂ ਉਹਨਾਂ ਨੂੰ ਪਛਾਹਾਂ ਮੋੜ ਦਿੰਦਾ ਸੀ। ਆਸੇ ਸਮਝਿਓ ਗਿਓ ਨਾ ਕੋਈ ਗਏ ਚੁਗਾਵਨ ਕੋਪਨ ਸੋਏ। ਮਾਲ ਲਸ਼ਟਕਾ ਕਰੇ ਪਛਾਰੀ ਕਹਾਂ ਕਰੇ ਇਹ ਨਰਨ ਵਿਚਾਰੀ। ਹੁਣ ਇਹਦਾ ਮਸਤ ਜਿਹਾ ਸੁਭਾਅ ਸੀ ਝੂਲਣੇ ਦਾ। ਜਦੋਂ ਕੋਈ ਮੱਝਾਂ ਗਾਵਾਂ ਚਾਰਨ ਵਾਸਤੇ ਕੱਢਦਾ ਉਹਨਾਂ ਨੂੰ ਇਹ ਪੁੱਠੀਆਂ ਮੋੜ ਦਿੰਦਾ। ਤਾਂ ਗੁਰੂ ਪਿਆਰਿਓ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਇਹ ਐਂ ਕਿਉਂ ਕਰਦਾ ਹੈ। ਆਸੇ ਸਮਝਿਓ ਗਿਓ ਨਾ ਕੋਈ ਗਏ ਚੁਗਾਵਨ ਕੋਪਨ ਸੋਏ। ਇਹਦਾ ਆਸ਼ਾ ਸਮਝ ਨਹੀਂ ਆਇਆ ਤੇ ਫਿਰ ਕੋਈ ਧੱਕੇ ਦੇ ਨਾਲ ਇਹਦੇ ਕੋਲੋਂ ਮੱਝਾਂ ਗਾਵਾਂ ਨੂੰ ਚਾਰਨ ਲਈ ਤੁਰਿਆ। ਰੋਟੀ ਆਨ ਕਟਕਨੇ ਜਬੈ ਲਖਿਓ ਅਕੂਆ ਇਮ ਕਹਿ ਤਬੈ। ਔਰ ਕੀ ਹੋਇਆ, ਇਹ ਜਦੋਂ ਅੱਗੇ ਲੰਘ ਗਿਆ ਤੇ ਇਹਦੀਆਂ ਮੱਝਾਂ ਗਾਵਾਂ ਕਿਸੇ ਨੇ ਲੁੱਟ ਲਈਆਂ। ਸਭ ਨਰ ਮਿਲ ਕੇ ਤਬ ਚਲੇ ਆਏ ਬੰਦੇ ਪਾਏ ਨਸੋਲ ਪਟਾਏ। ਔਰ ਇਹ ਉੱਥੇ ਬੈਠਾ ਕਹਿੰਦਾ ਰਹਿੰਦਾ ਸੀ ਅੱਗੇ ਨਾ ਜਾਓ, ਅੱਗੇ ਨਾ ਜਾਓ, ਲੁੱਟੇ ਜਾਓਗੇ। ਉਹਦੇ ਹਿਰਦੇ ਦੀ ਗੱਲ ਕਿਸੇ ਨੇ ਸਮਝੀ ਨਹੀਂ। ਉਹ ਮੋੜ ਦਿੰਦਾ ਸੀ ਵੀ ਇੱਧਰ ਨਾ ਜਾਓ ਮੱਝਾਂ ਗਾਵਾਂ ਲੈ ਕੇ। ਕਈ ਵਾਰੀ ਮੋੜੀਆਂ, ਇੱਕ ਵਾਰੀ ਕੋਈ ਧੱਕੇ ਨਾਲ ਟਪਾ ਕੇ ਲੈ ਗਿਆ ਤੇ ਗਾਂਹ ਜਾ ਕੇ ਉਹ ਲੁੱਟ ਕੇ ਲੈ ਗਏ ਕੋਈ ਲੁਟੇਰੇ। ਫਿਰ ਪਤਾ ਲੱਗਿਆ ਵੀ ਯਾਰ ਆਪਣੀਆਂ ਮੱਝਾਂ ਗਾਵਾਂ ਨੂੰ ਇਹ ਬਚਾਉਂਦਾ ਸੀਗਾ ਤੇ ਆਪਾਂ ਧੱਕੇ ਨਾਲ ਟਪਾ ਕੇ ਲੈ ਗਏ ਤੇ ਅੱਜ ਲੁੱਟੇ ਗਏ। ਤਾਂ ਫਿਰ ਲੋਕਾਂ ਨੂੰ, ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤੇ ਕਹਿੰਦੇ ਯਾਰ ਇਹ ਤਾਂ ਕੋਈ ਮਹਾਂਪੁਰਖ ਹੈ, ਇਹ ਤਾਂ ਕੋਈ ਸਾਧੂ ਹੈ। ਵੇਖੋ ਇਹਨੇ ਅੰਤਰਜਾਮਤਾ ਨਾਲ ਸਾਨੂੰ ਬਚਾਉਣਾ ਕੀਤਾ ਸੀ ਪਰ ਅਸੀਂ ਸਮਝੇ ਨਹੀਂ। ਫਿਰ ਪਿੰਡ ਵਾਸੀ ਇਹਦੇ ਪੈਰੀ ਪੈਂਦੇ ਹਨ। ਤਬ ਜੁਗ ਹਾਥਨ ਪੇਟ ਬਜਾਇਓ ਚੜੋ ਫਤਿਹ ਹੋਏ ਤਿਨੋ ਜਨਾਇਓ। ਔਰ ਫਿਰ ਇਸ ਨੇ ਆਪਣੇ ਦੋਨਾਂ ਹੱਥਾਂ ਨਾਲ ਪੇਟ ਤੇ ਹੱਥ ਮਾਰ ਕੇ ਪਿੰਡ ਵਾਸੀਆਂ ਨੂੰ ਕਿਹਾ ਜਾਓ ਉਹਨਾਂ ਦੇ ਮਗਰ, ਨਾਲੇ ਆਪਣੀਆਂ ਮੱਝਾਂ ਗਾਵਾਂ ਮੋੜ ਕੇ ਲਿਆਓ ਤੇ ਨਾਲੇ ਜਿੱਤ ਕੇ ਆਓਗੇ। ਆਸੇ ਸਮਝ ਗਏ ਨਰਤਾਏ ਲੜੇ ਜਾਏ ਲੈ ਮਾਲ ਛੁਡਾਏ। ਔਰ ਪਿੰਡ ਵਾਸੀ ਉਹਦੀ ਇਹ ਗੱਲ ਸੁਣ ਕੇ ਗਏ ਜੰਗਲ ਵੱਲ ਲਟੇਰਿਆਂ ਦੇ ਮਗਰ। ਲਟੇਰਿਆਂ ਨਾਲ ਲੜਾਈ ਕੀਤੀ ਤੇ ਉਹਨਾਂ ਤੋਂ ਮੱਝਾਂ ਗਾਵਾਂ ਆਪਣੀਆਂ ਛਡਵਾ ਲਿਆਏ। ਨਾਮ ਅਕੂਆ ਸਭ ਹੀ ਕਹੈ ਸੇਵਾ ਸ਼ਰਦਾ ਕਰਤੇ ਰਹੈ। ਕੂਣਾ ਹੁੰਦਾ ਬੋਲਣਾ ਤੇ ਅਕੂਆ ਹੁੰਦਾ ਜਿਹੜਾ ਬੋਲੇ ਨਾ ਸੀ। ਤਾਂ ਇਹ ਰਹਿੰਦਾ ਤਾਂ ਮੌਨ ਸੀਗਾ। ਇਸ ਕਰਕੇ ਉਦੋਂ ਕਿਸੇ ਨੇ ਸਮਝੀ ਨਾ ਗੱਲ ਵੀ ਇਹ ਕਿਉਂ ਮੋੜਨਾ, ਦੱਸਦਾ ਹੈ ਨਹੀਂ, ਬੋਲਦਾ ਨਹੀਂ। ਪਰ ਜਦੋਂ ਲੁੱਟੇ ਗਏ ਤੇ ਫਿਰ ਪਤਾ ਲੱਗਿਆ ਵੀ ਯਾਰ ਇਹ ਤਾਂ ਕੋਈ ਸਾਧ ਹੈਗਾ ਜਿਸ ਨੇ ਸਾਨੂੰ ਬਚਾਉਣਾ ਚਾਹਿਆ ਸੀ। ਫਿਰ ਇਸਨੇ ਪੇਟ ਵਜਾ ਕੇ ਕਿਹਾ ਕਿ ਜਾਓ ਜਾਓ ਮਗਰ ਜਾਓ, ਫਤਿਹ ਹੋਵੇਗੀ। ਬੋਲਣ ਲੱਗਿਆ ਤੇ ਜਦ ਇਹਦੀ ਗੱਲ ਮੰਨ ਕੇ ਮਗਰ ਗਏ ਤੇ ਆਪਣੇ ਮਾਲ, ਆਪਣੀਆਂ ਮੱਝਾਂ ਗਾਵਾਂ ਛਡਵਾ ਕੇ ਲਿਆਏ। ਨਹੀਂ ਜੋ ਬਦੋ ਵਿਆਹ ਲਿਆਏ ਤਬਹਿ ਦੇਖਣ ਤਿਸ ਕੋ ਜਾਏ। ਔਰ ਜਦੋਂ ਵੀ ਕੋਈ ਪਿੰਡ ਦੇ ਵਿੱਚ ਲੜਕੇ ਦੀ ਸ਼ਾਦੀ ਕਰਦਾ, ਨਵੀਂ ਬਹੂ ਆਉਂਦੀ ਤਾਂ ਕਹਿੰਦੇ ਇਸ ਨੂੰ ਲੈ ਕੇ ਜਾਂਦੇ। ਗੁਰ ਕੋ ਬਾਕ ਹਬਸ ਨ ਮਿਟੈ ਸੋ ਤਬ ਰਹੀ ਨਾ ਕਿਉਂ ਹਟੈ। ਪਰ ਪਾਤਸ਼ਾਹ ਦਾ ਬਚਨ ਸੀਗਾ ਕਿ ਹਬਸ਼ ਜਿਹੜੀ ਹੈ, ਮਨ ਦੀ ਹਿਰਸ ਜਿਹੜੀ ਹੈ, ਕਾਮ ਵਾਸ਼ਨਾ, ਬੰਦਾ ਕੁਛ ਵੀ ਕਰ ਲਵੇ ਉਹ ਗੁਰੂ ਦੀ ਕਿਰਪਾ ਤੋਂ ਬਗੈਰ ਕੰਟਰੋਲ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਦਾ ਉਹ ਬਚਨ ਅੱਜ ਇਹਨੂੰ ਯਾਦ ਆਇਆ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ। ਪੂਰਨ ਸਿੱਖੀ ਮੈਂ ਬਹੁ ਪੇਹੋ ਅਬ ਲੋ ਤਿਸ ਕੋ ਥਾਨ ਪੂਜਿਓ। ਔਰ ਕਹਿਣ ਲੱਗੇ ਫਿਰ ਅੱਗੇ ਚੱਲ ਕੇ ਉਹ ਗੁਰੂ ਕੀ ਸਿੱਖੀ ਦੇ ਵਿੱਚ ਸੰਪੂਰਨ ਹੋਇਆ। ਸਿੱਖੀ ਕੇਸਾ ਸਵਾਸਾ ਸੰਗ ਨਿਵਾਹੀ
ਪਰ ਇਹਨੇ ਐਦਾਂ ਦਾ ਜੀਵਨ ਬਤੀਤ ਕਰਨਾ ਕੀਤਾ। ਅੱਜ ਤੱਕ ਉਸ ਦੇ ਉਹ ਥਾਂ ਤੇ ਲੋਕ ਪੂਜਾ ਕਰਦੇ ਐ। ਜਨ ਕੀ ਪੂਰੀ ਕਾਮਨਾ ਕਾਨੀ, ਇਸ ਪ੍ਰਕਾਰ ਤੈ ਸਾਖੀ ਸੁਣੀ। ਕਿਸੇ ਨੇ ਇਹ ਸਾਖੀ ਸੁਣਾਈ ਆ, ਕਿਸੇ ਨੇ ਕਿਤੋਂ ਸੁਣੀ ਹੋਣੀ ਆ। ਕਹਿੰਦੇ ਫਿਰ ਉਹਦੇ ਥਾਂ ਦੇ ਉੱਤੇ ਲੋਕਾਂ ਦੀਆਂ ਇੱਛਾ ਪੂਰੀਆਂ ਹੋਣ ਲੱਗੀਆਂ ਜੀ ਦੋਹਰਾ। ਸੁਧ ਸੁਣ ਕਰ ਕਿਸ ਨਿਕਟ ਤੈ, ਸਿੰਘਨ ਕਿਹੋ ਸੁਨਾਏ। ਕਹਿਣ ਲੱਗੇ ਇੱਕ ਵਾਰੀ ਕਿਸੇ ਪਾਸੇ ਦੇ ਸ਼ਬਦ ਸੁਣ ਕੇ, ਖਬਰ ਸੁਣ ਕੇ ਸਿੰਘਾਂ ਨੂੰ ਗੁਰੂ ਜੀ ਨੂੰ ਦੱਸਿਆ। ਜੀਰ ਦਸਤਲਾ ਪੁਰੀ ਕੋ ਸੂਬਾ ਬਹੁ ਦੁਖਦਾਏ। ਕਹਿੰਦੇ ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ ਇਹ ਬੜਾ ਹੀ ਦੁਖੀਦਾਈ ਹੈ। ਚੌਪਈ ਸੰਗਤ ਚੀਨ ਲਈ ਇਤਿਆਵਤ, ਤਜਿਨ ਨਾਮ ਗੁਰੂ ਸੁਨ ਪਾਵਤ। ਮਹਾਰਾਜ ਲਾਹੌਰ ਦਾ ਜ਼ਬਰਦਸਤ ਖਾਂ ਸੂਬਾ ਜਿਹੜਾ ਬੜਾ ਦੁਖਦਾਇਕ ਹੈ। ਆਉਂਦੀਆਂ ਹੋਈਆਂ ਸੰਗਤਾਂ ਨੂੰ ਲੁੱਟ ਲਿਆ ਉਸਨੇ। ਸੰਗਤਾਂ ਨੇ ਬਥੇਰਾ ਕਿਹਾ ਵੀ ਅਸੀਂ ਗੁਰੂ ਕੋਲੇ ਚੱਲੇ ਆ, ਪਰ ਉਹਨੇ ਕਿਸੇ ਦੀ ਨਹੀਂ ਸੁਣੀ ਜੀ। ਇੱਕ ਦਿਨ ਫੇਰ ਦਈ ਸੁਧ ਕਾਹੋ, ਸੂਬਾ ਜੋ ਸਰੰਦ ਤੇ ਮਾਹੋ। ਇੱਕ ਦਿਨ ਫੇਰ ਕਿਸੇ ਨੇ ਆ ਕੇ ਖਬਰ ਸੁਣਾਈ, ਸੁਨੇਹਾ ਦਿੱਤਾ, ਮਹਾਰਾਜ ਜਿਹੜਾ ਸਰਹੰਦ ਦਾ ਸੂਬਾ ਹੈ। ਤਿਨ ਪੀ ਸੰਗਤ ਲੀਨਸ ਚੀਨਾ, ਮੂੜ ਕੁੱਤ ਸਤ ਕਾਜ ਕੋ ਕੀਨਾ। ਅੱਜ ਉਹਨੇ ਆਪ ਜੀ ਦੀਆਂ ਸੰਗਤਾਂ ਨੂੰ ਲੁੱਟ ਲਿਆ। ਉਸ ਮੂਰਖ ਨੇ ਕੁਤਸਤ ਕਾਜ ਜੋ ਕੀਨ ਜਿਹੜੀ ਗਲਤੀ ਕੀਤੀ ਹੈ। ਸੁਨ ਗੁਰ ਬੋਲੇ ਤਰ ਕੈ ਰੋਸਾ, ਸੂਬੇ ਕੋ ਸੰਗਤ ਨੇ ਖੋਸਾ। ਧੰਨ ਗੁਰੂ ਪਾਤਸ਼ਾਹ ਜੀ ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗੇ, ਸੂਬੇਦਾਰ ਨੇ ਸੰਗਤ ਨੂੰ ਲੁੱਟਿਆ, ਖੋਇਆ। ਇਸ ਵਿਦਿਆਨ ਕਹਿਤ ਨਾ ਕੋਹ, ਸੰਗਤ ਚੀਨੀ ਭਾਕਤ ਸੋ। ਕਹਿਣ ਲੱਗੇ ਇਸ ਤਰ੍ਹਾਂ ਆ ਕੇ ਕੋਈ ਵੀ ਨਹੀਂ ਦੱਸਦਾਗਾ ਵੀ ਸੰਗਤ ਨੇ ਸੂਬੇ ਨੂੰ ਲੁੱਟ ਲਿਆ। ਜਦੋਂ ਵੀ ਸੁਨੇਹਾ ਮਿਲਦਾ ਜੀ ਸੰਗਤ ਨੂੰ ਲੁੱਟ ਲਿਆ, ਬਾਰ-ਬਾਰ ਆ ਕੇ ਕਹਿ ਦਿੰਦੇ ਹੋ। ਕਿਉਂਕਿ 6ਵੇਂ ਪਾਤਸ਼ਾਹ ਵੇਲੇ ਵੀ ਇਹ ਖਬਰਾਂ ਆਉਂਦੀਆਂ ਸੀਗੀਆਂ। ਜਦੋਂ ਰਸਤੇ ਵਿੱਚ ਘੋੜੇ ਖੋਲੇ, ਦੁਸ਼ਾਲੇ ਖੋਲੇ, ਤੇ 6ਵੇਂ ਪਾਤਸ਼ਾਹ ਕੋਲੇ ਆ ਕੇ ਉਹਨਾਂ ਨੇ ਰੋਣਾ, ਮਹਾਰਾਜ ਸਾਡੇ ਕੋਲੋਂ ਆਪ ਜੀ ਦੀ ਭੇਟਾ ਖੋਹ ਲਈ ਹੈ ਰਸਤੇ ਵਿੱਚ ਪਠਾਨਾਂ ਨੇ। ਜਦੋਂ ਇੱਕ ਦੋ ਖਬਰਾਂ ਸੁਣੀਆਂ, ਪਾਤਸ਼ਾਹ ਕਹਿੰਦੇ ਸ਼ਾਸਤਰ ਕਿਉਂ ਨਹੀਂ ਰੱਖਦੇ, ਆਪਣੇ ਨਾਲ ਬਰਸ਼ੇ ਤਲਵਾਰਾਂ ਰੱਖਿਆ ਕਰੋ। ਜਦੋਂ ਕੋਈ ਇਸ ਤਰ੍ਹਾਂ ਸਮਾਨ ਖੋਂਦਾ 2 ਹੱਥ ਕਰਿਆ ਕਰੋ। ਵੱਧ ਤੋਂ ਵੱਧ ਇੱਕ ਅੱਧੀ ਵਾਰੀ ਇੱਕ ਦੋ ਮਰ ਜਾਣਗੇ, ਪਰ ਗਾਹਾਂ ਨੂੰ ਉਹਨਾਂ ਦਾ ਮੂੰਹ ਬੰਦ ਹੋ ਜਾਵੇਗਾ, ਸਾਨੂੰ ਫੜਨੋਂ ਲੁੱਟਣੋਂ ਹਟ ਜਾਣਗੇ। ਜੰਗ ਕਰਿਆ ਕਰੋ। ਫਿਰ ਸੰਗਤ ਆਪਣੇ ਨਾਲ ਸ਼ਸਤਰ ਰੱਖਣ ਲੱਗੀ ਸੀ। ਉਸ ਤੋਂ ਬਾਅਦ ਤਾਂ ਫਿਰ ਪਾਤਸ਼ਾਹ ਨੇ ਫੌਜ ਬਣਾ ਲਈ, 4 ਜੰਗਾਂ ਵੀ ਕੀਤੀਆਂ। ਹੁਣ ਪਾਤਸ਼ਾਹ ਜੀ ਇਸ ਇਲਾਕੇ 'ਚ ਆ ਕੇ ਬੈਠੇ ਆ ਤੇ ਸੰਗਤਾਂ ਨੇ 2 ਵਾਰੀ ਕਿਹਾ ਵੀ ਮਹਾਰਾਜ ਅੱਜ ਜ਼ਬਰਦਸਤ ਖਾਂ ਨੇ ਸੰਗਤ ਲੁੱਟ ਲਿਆ। ਫਿਰ ਦੂਜੀ ਵਾਰ ਕਿਤੇ ਕਹਿਣ ਲੱਗੇ ਜੀ ਲਾਹੌਰ ਵਾਲੇ ਸੂਬੇਦਾਰ ਨੇ ਸਰਹੰਦ ਵਾਲੇ ਲੁੱਟ ਲਿਆ। ਕਹਿੰਦੇ ਹੋ ਤੁਸੀਂ ਇਹ ਸੁਨੇਹਾ ਕਿਉਂ ਦਿੰਦੇ ਕਿ ਅੱਜ ਸੰਗਤ ਨੇ ਸੂਬੇਦਾਰ ਨੂੰ ਲੁੱਟ ਲਿਆ। ਸੁਣ ਕਰ ਬੋਲੇ ਧਰ ਕੈ ਰੋਸਾ, ਸੂਬੇ ਕੋ ਸੰਗਤ ਨੇ ਖੋਸਾ। ਐ ਕਿਉਂ ਨਹੀਂ ਦੱਸਦੇ ਵੀ ਸੰਗਤ ਨੇ ਸੂਬੇ ਨੂੰ ਲੁੱਟਿਆ। ਇਸ ਵਿਦਿਆਨ ਕਹਿਤ ਨਾ ਕੋਹ, ਸੰਗਤ ਚੀਨੀ ਭਾਖਤ ਸੋ। ਜਦੋਂ ਵੀ ਸੁਨੇਹਾ ਦਿੰਦੇ ਹੋ ਸੰਗਤ ਲੁੱਟੀ ਗਈ, ਸੰਗਤ ਲੁੱਟੀ ਗਈ। ਪੁਨ ਸਭ ਹੀਨ ਕੋ ਕਹਿਓ ਸੁਨਾਇਓ, ਸਾਚ ਕਹੇ ਸਿੱਖ ਜੁਤ ਸਮਦਾਇਓ। ਫਿਰ ਪਾਤਸ਼ਾਹ ਮੂਹਰੇ ਬੈਠੀਆਂ ਸਾਰੀਆਂ ਸੰਗਤਾਂ ਨੂੰ ਉੱਚੀ ਬੋਲ ਕੇ ਕਹਿੰਦੇ ਗੱਲ ਸੁਣ ਲਓ। ਬੀਤੀ 9 7 ਗੁਰ ਪਾਤਸ਼ਾਹੀ, ਰਣ ਉਪਦੇਸ਼ੋ ਸੰਗਤ ਨਾਹੀ। ਔਰ ਪਿੱਛੇ ਜਿਹੜੇ 9 ਸਤਿਗੁਰੂ ਹੋਏ ਉਹਨਾਂ ਨੇ ਸੰਗਤ ਨੂੰ ਜੰਗ ਵਾਸਤੇ ਕਿਹਾ ਨਹੀਂ। ਸੇਵਾ ਕਰਨੀ ਭਾਉ ਵਿਸਾਲਾ, ਜਪੋ ਨਾਮ ਪਕਰਾਈ ਮਾਲਾ। ਭਾਵ ਪਹਿਲੇ ਗੁਰੂਆਂ ਨੇ 5ਵੇਂ ਪਾਤਸ਼ਾਹ ਤੱਕ ਵੀ ਸਤਿਗੁਰਾਂ ਨੇ ਸਿਮਰਨ ਕਰਵਾਇਆ, ਬਾਣੀ ਨਾਲ ਜੋੜਿਆ, ਪਰਮੇਸ਼ਰ ਨਾਲ ਜੋੜਿਆ। 6ਵੇਂ ਪਾਤਸ਼ਾਹ ਨੇ ਜੰਗਾਂ ਕੀਤੀਆਂ। ਫਿਰ 7ਵੇਂ ਨੂੰ ਜਾਂਦੇ ਜਾਂਦੇ ਕਹਿ ਗਏ ਵੀ ਤੁਸੀਂ ਕੋਈ ਜੰਗ ਨਹੀਂ ਕਰਨੀ ਗੀ, ਆਪਣੇ ਫੌਜ ਬਣਾ ਕੇ ਰੱਖਿਓ, ਜਿਹੜਾ ਕੋਈ ਚੜ੍ਹ ਕੇ ਆਵੇਗਾ ਰਾਹ 'ਚ ਹੀ ਮਾਰਿਆ ਜਾਵੇਗਾ। ਚਲੋ ਉਹ ਵੀ ਬਚਨ ਸੱਤ ਹੋਏ। ਫਿਰ 8ਵੇਂ ਪਾਤਸ਼ਾਹ ਜੀ ਨੇ ਵੀ ਥੋੜ੍ਹਾ ਜਿਹਾ ਸਮਾਂ ਸੇਵਾ ਕੀਤੀ, ਪ੍ਰਚਾਰ ਕੀਤਾ। 9ਵੇਂ ਪਾਤਸ਼ਾਹ ਜੀ ਨੇ ਵੀ ਦਿੱਲੀ ਜਾ ਕਰਕੇ ਔਰੰਗਜ਼ੇਬ ਨੂੰ ਰੋਕਣਾ ਚਾਹਿਆ, ਪਰ ਉਸਨੇ ਉਲਟਾ ਗੁਰੂ ਸਾਹਿਬਾਂ ਨੂੰ ਸ਼ਹੀਦ ਕਰ ਦਿੱਤਾ, ਸਿੰਘਾਂ ਨੂੰ, ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। 10ਵੇਂ ਪਾਤਸ਼ਾਹ ਜੀ ਕਹਿੰਦੇ ਕਿ ਪਹਿਲੇ ਗੁਰੂਆਂ ਨੇ ਤੁਹਾਨੂੰ ਚੰਗੀ ਤਰ੍ਹਾਂ ਜੰਗ ਕਰਨਾ ਨਹੀਂ ਸਿਖਾਇਆ, ਪਰ ਅਬ ਮੈਂ ਚੰਡੀ ਪਾਠ ਪੜਾਵੋ, ਸਿੰਘ ਨਾਮ ਤਰ ਸ਼ਸਤਰ ਗਹਾਵੋ। ਹੁਣ ਤੁਹਾਨੂੰ ਮੈਂ ਚੰਡੀ ਦਾ ਪਾਠ ਪੜਾਉਂਗਾ। ਚੰਡੀ ਦੀ ਵਾਰ ਦੀ ਗੱਲ ਨਹੀਂ ਹੈ, ਭਾਵ ਸ਼ਸਤਰ ਧਾਰਨ ਕਰਨ ਦੀ ਸਿੱਖਿਆ ਦੇਵਾਂਗਾ ਤੁਹਾਨੂੰ। ਹੁਣ ਦਿੰਦੇ ਆ ਰਹੇ ਆ ਪਾਤਸ਼ਾਹ।
14 ਜੰਗਾਂ ਪਾਤਸ਼ਾਹ ਨੇ ਕੀਤੀਆਂ। ਪਰ ਸਤਿਗੁਰ ਦਾ ਅੱਜ ਮਕਸਦ ਹੈ ਕਿ ਜ਼ਰੂਰੀ ਨਹੀਂ ਕਿ ਜਦੋਂ ਲੋੜ ਪੈਣੀ ਉਦੋਂ ਹੀ ਸ਼ਸਤਰ ਚੱਕਣਾ ਹੈ। ਮੇਰਾ ਸਿੰਘ ਹਮੇਸ਼ਾ ਹੀ ਚੰਡੀ ਦੀ ਵਾਰ ਪੜ੍ਹੇ, ਚੰਡੀ ਦਾ ਪਾਠ ਕਰੇ ਔਰ ਹਮੇਸ਼ਾ ਹੀ ਸ਼ਸਤਰ ਆਪਣੇ ਕੋਲ ਰੱਖੇ। ਔਰ ਲੱਗ ਚੀਰੀਆਂ ਤੇ ਬਾਜ ਤੁਰਾਵੋ, ਮਰਦ ਮਿਲਾਏ ਗਰਦ ਦਿਖਰਾਵੋ। ਔਰ ਮੈਂ ਚਿੜੀਆਂ ਤੋਂ ਬਾਜਾਂ ਨੂੰ ਤੜਵਾਵਾਂਗਾ ਔਰ ਮਰਦਾਂ ਨੂੰ ਭਾ ਪਠਾਨਾਂ ਨੂੰ ਲੁਟੇਰਿਆਂ ਨੂੰ ਮਿੱਟੀ ਵਿੱਚ ਮਿਲਵਾਵਾਂਗਾ। ਖੰਡੇ ਕੀ ਪਹਲ ਜੋਲੇ, ਸਿੰਘ ਨਾਮ ਤਰਵਾਰ ਜੇ। ਜਿਹੜਾ ਮੇਰੇ ਖੰਡੇ ਦੀ ਪਹੁਲ ਲੈਵੇਗਾ ਉਸ ਦਾ ਨਾਮ ਦੇ ਨਾਲ ਸਿੰਘ ਸ਼ਬਦ ਦਿੱਤਾ ਜਾਵੇਗਾ। ਸੋ ਸ਼ਾਸਤਰ ਤੇ ਛੂਚ ਨਾ ਰਹੈ, ਬਹੁ ਅਭਿਆਸ ਨਿਤਾ ਪ੍ਰਤ ਗਹਿ। ਤੇ ਜਿਹਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਿਆ, ਜਿਹਦੇ ਨਾਮ ਦੇ ਨਾਲ ਸਿੰਘ ਲੱਗਦਾ ਹੈ, ਉਹ ਆਪਣੇ ਸਰੀਰ ਦੇ ਨਾਲ ਇੱਕ ਅੱਧਾ ਸ਼ਾਸਤਰ ਜ਼ਰੂਰ ਰੱਖੇ। ਕਹੋ ਸਤਿਨਾਮ। ਵਾਹਿਗੁਰੂ। ਅਸਲ ਵਿੱਚ ਤਾਂ ਸਰੀਸਾ ਪਾ ਕੇ ਰੱਖੋ, 3 ਫੁੱਟੀ ਤਲਵਾਰ ਰੱਖੋ। ਜਿਵੇਂ ਨਿਹੰਗ ਸਿੰਘ ਹਮੇਸ਼ਾ ਬਾਣੀ 'ਚ ਰਹਿੰਦੇ, ਉਹ ਹਮੇਸ਼ਾ ਸ਼ਸਤਰ ਰੱਖਦੇ ਆ ਕੋਲ ਆਪਣੇ। ਪਰ ਆਪਾਂ ਨੇ ਅੰਮ੍ਰਿਤ ਛਕੇ ਹੋਏ ਹੈ ਪਰ ਨਾਲ ਸ਼ਸਤਰ ਨਹੀਂ ਰੱਖਦੇ। ਕਹੋ ਸਤਿਨਾਮ। ਵਾਹਿਗੁਰੂ। ਕਈਆਂ ਨੇ ਤਾਂ ਵੱਡਾ ਸ੍ਰੀ ਸਾਹਿਬ 9 ਇੰਚ ਲਾ ਕੇ ਧਾਗੇ ਵਾਲੀਆਂ ਪਾ ਲੀਆਂ, ਉਹ ਤਾਂ ਤਵੀਤਾਂ ਦੀ ਨਿਹਾਈ ਆ। ਉਹ ਤੁਹਾਡਾ ਕਿਵੇਂ ਆਪਣਾ ਰਕਸ਼ਾ ਕਰਨਗੀਆਂ? ਘੱਟੋ ਘੱਟ 9 ਇੰਚੀ ਤਲਵਾਰ ਤਾਂ ਸ਼੍ਰੀ ਸਾਹਿਬ ਗਾਤਰੇ ਪਾਈ ਹੋਵੇ। ਸਤਿਗੁਰ ਨੇ ਹੁਕਮ ਦਿੱਤਾ ਹੈ, ਸਤਿਗੁਰ ਦੀ ਬਖਸ਼ਿਸ਼ ਹੈ। ਇਸ ਕਰਕੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇਗਾ ਉਹਨੂੰ ਕੋਈ ਲੁੱਟ ਨਹੀਂ ਸਕੇਗਾ। ਉਹ ਹਮੇਸ਼ਾ ਆਪਣੇ ਨਾਲ ਸ਼ਸਤਰ ਰੱਖੇ। ਇਹ ਸੰਗਤ ਨੂੰ ਸਾਰੀ ਨੂੰ ਤੇ ਅੱਜ ਆਪਾਂ ਨੂੰ ਵੀ ਉਪਦੇਸ਼ ਹੈ ਕਿ ਤੁਹਾਨੂੰ ਕੋਈ ਰਾਹ ਖੜੇ ਲੁੱਟੇਗਾ ਨਹੀਂ ਜੇ ਤੁਹਾਡੇ ਕੋਲ ਸ਼ਸਤਰ ਹੋਣਗੇ। ਇਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਸ਼ਸਤਰ ਧਾਰਨ ਕਰੋ। ਕੇਸਨ ਕੌਬ ਅਦਬ ਰਖੀਜੈ, ਮੇਰੀ ਸਿਰ ਪਰ ਛਾਪ ਲਖੀਜੈ। ਔਰ ਜਿਹੜੇ ਕੇਸ ਹਨ ਇਹਨਾਂ ਦਾ ਸਤਿਕਾਰ ਕਰੋ ਔਰ ਇਹਨਾਂ ਨੂੰ ਸਿਰ ਤੇ ਸੰਭਾਲ ਕੇ ਰੱਖੋ। ਕੰਘਾ ਦੋਏ ਵਕਤ ਕਰ, ਪਾਗ ਚੁਣੇ ਕਰ ਬਾਂਧਈ। 2 ਟਾਈਮ ਕੰਘਾ ਕਰੇ ਪੱਗ ਨੂੰ, ਫੇਰ ਦੁਬਾਰਾ ਝਾੜ ਕੇ ਚੁਣ ਕੇ ਦੁਬਾਰਾ ਬੰਨੇ। ਇਹ ਪਾਤਸ਼ਾਹ ਦਾ ਹੁਕਮ ਹੈ। ਕੇਸਾਂ ਦਾ ਸਤਿਕਾਰ ਕਰੋ। ਇਹ ਸਮਝੋ ਕਿ ਕੇਸਾਂ ਨੂੰ ਵਾਹੁੰਦਿਆਂ ਤੁਹਾਨੂੰ ਇਹ ਦਿਖਾਈ ਦੇਵੇ ਕਿ ਇਹ ਮੇਰੇ ਗੁਰੂ ਦੀ ਮੋਹਰ ਹੈ। ਕਹੋ ਸਤਿਨਾਮ। ਵਾਹਿਗੁਰੂ। ਭਾਈ ਤਾਰੂ ਸਿੰਘ ਵਰਗਿਆਂ ਨੇ ਇਸੇ ਕਰਕੇ ਗੁਰੂ ਪਿਆਰਿਓ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਕਟਾਏ। ਔਰ ਉਸ ਦਾ ਇਰਾਦਾ ਸੀ ਕੇਸ ਰੱਖਣ ਦਾ, ਤੇ ਗੁਰੂ ਸਾਹਿਬ ਨੇ ਵੀ ਬਖਸ਼ਿਸ਼ ਕੀਤੀ ਕਿ ਆਪਣੇ ਮੁਗਲਾਂ ਦੇ ਜਿਹੜੇ ਬੰਦੇ ਸਨ ਉਹਦੇ ਕੇਸਾਂ ਨੂੰ ਕੈਂਚੀ ਨਹੀਂ ਲਾ ਸਕੇ। ਕਹੋ ਸਤਿਨਾਮ। ਜੇ ਸਾਡਾ ਇਰਾਦਾ ਹੋਵੇ ਰੱਖਣ ਦਾ ਤਾਂ ਗੁਰੂ ਵੀ ਕਿਰਪਾ ਕਰਦਾ, ਪਰ ਅਸੀਂ ਕੀ ਕਰਦੇ ਆ ਪਤਾ? ਇੱਕ ਦਿਨ ਪੁੱਛਿਆ, ਮਾਤਾ ਇਹ ਬੱਚੇ ਦੇ ਕੇਸ ਕੱਟ ਤੇ ਬਾਬਾ ਜੀ ਦੀ ਖੋਪੜੀ ਦੀ ਨਾ ਖੁਰਕ ਹੁੰਦੀ ਸੀ, ਫੁੰਸੀਆਂ ਹੋ ਜਾਂਦੀਆਂ ਸੀਗੀਆਂ। ਇਹ ਤਾਂ ਇੱਕ ਬਹਾਨਾ ਹੈ ਕੇਸਾਂ ਨੂੰ ਕੱਟਣ ਦਾ। ਕੋਈ ਬਹਾਨਾ ਲੱਭਦਾ, ਕੋਈ ਲੱਭਦਾ। ਤੁਸੀਂ ਅਰਦਾਸ ਕਰੋ ਗੁਰੂ ਅੱਗੇ ਵੀ ਅਸੀਂ ਸਿੱਖੀ ਧਾਰਨ ਕਰਨੀ ਚਾਹੁੰਦੇ ਹਾਂ, ਸਾਡੀ ਇਹ ਬਿਮਾਰੀ ਹਟਾਓ ਮਹਾਰਾਜ। ਕਹੋ ਸਤਿਨਾਮ। ਸੌਖਾ ਕੰਮ ਲੱਭ ਲਿਆ ਵੀ ਕੇਸ ਕੱਟ ਦਿਓ ਤੇ ਫਿਰ ਕਿਹੜਾ ਉਹ ਫੁੰਸੀਆਂ ਹਟ ਜਾਣਗੀਆਂ। ਖੋਪੜੀ ਦੇ ਵਿੱਚੋਂ ਗਰਮੀ ਨਿਕਲ ਰਹੀ ਆ, ਤਾਂ ਕੇਸਾਂ ਨਾਲ ਤਾਂ ਕੋਈ ਤਲਕ ਨਹੀਂ। ਉਹਦੀ ਦਵਾਈ ਲਓ, ਗੁਰੂ ਅੱਗੇ ਬੇਨਤੀ ਕਰੋ ਤੇ ਉਹ ਸੈੱਟ ਹੋ ਜਾਊਗਾ। ਪਰ ਕੇਸਾਂ ਨੂੰ ਗੁਰੂ ਦੀ ਮੋਹਰ ਜਾਣ ਕੇ ਸੰਭਾਲ ਕੇ ਰੱਖੋ। ਜਿਵੇਂ ਕੋਈ ਕਾਗਜ਼ ਸਰਕਾਰੀ ਅਫਸਰ ਦੀ ਮੋਹਰ ਲੱਗੇ ਤੋਂ ਬਗੈਰ ਬੇਕਾਰ ਹੈ, ਉਸੇ ਤਰ੍ਹਾਂ ਇਹ ਜੀਵਨ ਸਾਡਾ ਗੁਰਸਿੱਖੀ ਤੋਂ ਬਗੈਰ ਬੇਕਾਰ ਹੈ। ਸਭ ਸੂਰਤ ਹੋਣਾ ਚਾਹੀਏ। ਪਾਤਸ਼ਾਹ ਜੀ ਕਹਿੰਦੇ ਉਨ ਡੱਲੇ ਸਨ ਹੁਕਮ ਬਖਾਨਾ, ਗੈ ਗੈ ਲਾਠੀ ਬਹੁ ਨਰ ਪਾਨਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਡੱਲੇ ਨੂੰ ਕਹਿਣ ਲੱਗੇ, ਡੱਲਿਆ ਆ ਬਹੁਤ ਸਾਰੇ ਮਨੁੱਖਾਂ ਨੂੰ ਡੰਡੇ ਫੜਾ ਦੇ। ਏਤ ਚੀਨ ਬੇਸੰਗਤ ਜਾਵੋ, ਲਿਹੋ ਬਸਤ ਸੋ ਨਹੀਂ ਗਵਾਵੋ। ਔਰ ਜਾਓ ਨਾਲ ਲੈ ਕੇ ਬੰਦਿਆਂ ਨੂੰ, ਡੰਡੇ ਸੋਟੀਆਂ ਲੈ ਕੇ ਸ਼ਸਤਰ ਲੈ ਕੇ ਜਾਓ ਤੇ ਜਿਨ੍ਹਾਂ ਨੇ ਸੰਗਤ ਨੂੰ ਲੁੱਟਿਆ ਉਹਨਾਂ ਤੋਂ ਖੋਹ ਕੇ ਲਿਆਓ। ਅਬ ਸੰਗਰਾਮ ਕਰਨ ਸਿਖਰਾਵੈ, ਇਨ ਤੇ ਹੀ ਤੁਰਕਣ ਮਰਵਾਵੈ। ਔਰ ਕੋਈ ਗੱਲ ਨਹੀਂ, ਮੈਂ ਤੁਹਾਨੂੰ ਵੀ ਜੰਗ ਕਰਨੀ ਸਿਖਾਵਾਂਗਾ, ਕਿਉਂਕਿ ਪਹਿਲਾਂ ਪਾਤਸ਼ਾਹ ਜੀ ਨੇ ਉਸ ਪਾਸੇ ਨੂੰ ਸਿਖਾਇਆ ਜੰਗਾਂ ਕਰਨਾ। ਹੁਣ ਮਾਲਵੇ ਦੇ ਇਲਾਕੇ 'ਚ ਆਏ ਆ, ਜੰਗਲ ਦੇ ਲੋਕਾਂ ਨੂੰ ਸਾਡੇ ਕੋਲੇ ਆਏ ਆ ਜਿਨ੍ਹਾਂ ਨੂੰ ਕੁਛ ਆਉਂਦਾ ਹੀ ਨਹੀਂ ਸੀ। ਕਹੋ ਸਤਿਨਾਮ। ਹੁਣ ਸਾਨੂੰ ਕਹਿ ਰਹੇ ਨੇ, ਜਿੱਥੇ ਕਹਿੰਦੇ ਪਹਿਲਾਂ ਮੈਂ ਆਪਣੀਆਂ ਫੌਜਾਂ ਰੱਖੀਆਂ ਸ਼ਸਤਰ ਧਾਰੀ ਕਰਕੇ, ਹੁਣ ਮੈਂ ਸਾਰੀ ਸੰਗਤ ਨੂੰ ਹੀ ਸ਼ਸਤਰ ਧਾਰੀ ਕਰਨੀ ਚਾਹੁੰਦਾ ਹਾਂ। ਇਸ ਕਰਕੇ ਸ਼ਸਤਰ ਰੱਖਿਆ ਕਰੋ। ਉਤ ਕਹਿ ਪਠਿਓ ਸੰਗਤ ਮਾਹੀ, ਇਹ ਬਿਰਾੜ ਹੁਕਮ ਮੈਂ ਨਾਹੀ। ਔਰ ਗੁਰੂ ਪਿਆਰਿਓ ਇੱਧਰ ਡੱਲੇ ਨੂੰ ਕਹਿਤਾ ਵੀ ਤੂੰ ਆਪਣੇ ਬੰਦਿਆਂ ਨੂੰ ਸੋਟੀਆਂ ਫੜਾ ਕੇ ਲਿਜਾ ਤੇ ਜਾਂ ਲੁੱਟ ਕੇ ਲਿਆ, ਤੇ ਉਧਰ ਸੰਗਤਾਂ ਨੂੰ ਕਹਿ ਦਿੱਤਾ ਜਿੱਥੇ ਇਹਨੂੰ ਭੇਜਿਆ ਹੈ
ਬਈ ਇਹ ਜਿਹੜਾ ਬਰਾੜ ਹੈ ਨਾ ਆ ਰਹੇ ਨੇ ਲੁੱਟਣ ਵਾਸਤੇ, ਸਾਡੇ ਹੁਕਮ ਤੋਂ ਬਾਹਰ ਹੈ। ਪਹੁੰਚਨ ਹਾਰੀ ਤਿਰਤ ਸਥਾਨਾ ਆਬੋ ਅਗਰ ਬਣੋ ਸਬਦਾਨਾ। ਪਹੁੰਚ ਚਾਰੀ ਥਿਰਤ ਸਥਾਨਾ, ਜਦੋਂ ਇਹ ਤੁਹਾਡੇ ਅੱਗੇ ਆਵੇਗਾ ਇਸ ਨੂੰ ਸੰਭਾਲੋ, ਸਾਵਧਾਨ ਹੋ ਜੋ। ਵਸਤੂ ਨਹੀਂ ਖੁਸਾਵਣ ਕਰੀਐ ਪੁਰਸ਼ਾਰਥ ਆਪਣੇ ਮੈਂ ਧਰੀਏ। ਔਰ ਇਹ ਜਿਹੜੇ ਬਰਾੜ ਹੈ, ਸੰਗਤਾਂ ਨੂੰ ਕਹਿਤਾ ਬਰਾੜ ਆ ਰਹੇ ਨੇ ਤੁਹਾਨੂੰ ਲੁੱਟਣ ਵਾਸਤੇ, ਬਚ ਕੇ ਰਹਿਓ। ਤੇ ਡੱਲੇ ਨੂੰ ਭੇਜਤਾ ਵੀ ਤੁਸੀਂ ਖੋ ਕੇ ਲਿਆਓ ਸੰਗਤ ਤੋਂ ਅੱਜ ਸਮਾਨ। ਦੋਨੇ ਪਾਸੇ ਦੋ ਪਾਰਟੀਆਂ ਤਿਆਰ ਕਰਤੀਆਂ, ਇਹ ਲੁੱਟਣ ਵਾਸਤੇ ਚੱਲ ਪਏ, ਖੋਹਣ ਵਾਸਤੇ, ਤੇ ਸੰਗਤਾਂ ਨੂੰ ਉਧਰੋਂ ਤਿਆਰ ਕਰਤਾ। ਡੱਲਾ ਆਪਦੇ ਬੰਦਿਆਂ ਨੂੰ ਡਾਂਗਾ ਫੜਾ ਕੇ, ਸੋਟੀਆਂ ਫੜਾ ਕੇ ਚੱਲ ਪਿਆ। ਇਤ ਤੇ ਡੱਲਾ ਨੇ ਨਰਕਣੇ ਉਤ ਸੁਚੇਤ ਕਸ ਕਟ ਸਿੱਖ ਬਣੇ। ਉਧਰ ਸੰਗਤਾਂ ਨੂੰ ਸੁਚੇਤ ਕਰਤਾ ਵੀ ਕੋਈ ਸ਼ਾਸਤਰ ਰੱਖੋ ਨਾਲ, ਡੰਡੇ ਸੋਟੀਆਂ ਸੰਭਾਲੋ, ਇਹ ਬਰਾੜ ਸਾਡੇ ਹੁਕਮ ਚੋਂ ਨਿਕਲ ਗਏ, ਸ਼ਾਇਦ ਸੋਨੂੰ ਲੁੱਟ ਸਕਦੇ ਨਾ। ਇਧਰੋਂ ਇਹ ਚੱਲ ਪਿਆ ਆਪਣੇ ਬੰਦਿਆਂ ਨੂੰ ਡੰਡੇ ਫੜਾ ਕੇ, ਉਧਰੋਂ ਉਹ ਆ ਰਹੇ ਨੇ। ਭਇਓ ਭੇਰ ਦੋਹਨ ਦਿਸ਼ ਕੀਰਾ ਪਰਿਓ ਰੋਰ ਇੱਕ ਬਾਰ ਬਡੇਰਾ। ਔਰ ਇਸ ਤਰ੍ਹਾਂ ਰੌਲਾ ਪੈ ਗਿਆ, ਇੱਕਦਮ ਚਾਣਚੱਕ ਹੀ ਲੜਾਈ ਹੋ ਗਈ। ਉੱਚੇ ਥਲ ਸਤਿਗੁਰ ਤਬ ਥਿਰੈ ਦੇਖ ਦੇਖ ਬੇਸੇ ਮੁਦ ਭਰੇ। ਤੇ ਇਹ ਪਾਤਸ਼ਾਹ ਜੀ ਨੇ ਖੇਡ ਰਚਾਈ ਸੀਗੀ, ਪਤਾ ਦੋਨੇ ਪਾਸਿਆਂ ਨੂੰ ਨਹੀਂ ਸੀਗਾ ਵੀ ਇਹ ਗੱਲ ਬਣ ਜਾਣੀ ਹੈ। ਸੰਗਤਾਂ ਨੂੰ ਉੱਦਾਂ ਕਹਿਤਾ, ਡੱਲੇ ਨੂੰ ਉੱਦਾਂ ਕਹਿਤਾ, ਤੇ ਦੋਨੇ ਜਦ ਇਕੱਠੇ ਹੋਏ, ਸੰਗਤਾਂ ਨੇ ਹਮਲਾ ਕਰਤਾ, ਡੱਲੇ ਨੇ ਹਮਲਾ ਕਰਤਾ, ਤੇ ਸਤਿਗੁਰੂ ਉੱਚੇ ਥਾਂ ਤੇ ਖੜ ਕੇ ਤਮਾਸ਼ਾ ਦੇਖਣ ਲੱਗੇ। ਇਹ ਖੋਸ ਤੋਹ ਨਹੀਂ ਖੁਸਾਵੈ ਹੀਲ ਕਰੇ ਕਚੇਲਤ ਜਾਵੈ। ਔਰ ਇਹ ਸੰਗਤਾਂ ਦੇ ਕੋਲੋਂ ਸਮਾਨ ਖੋਹਦੇ ਹਨ, ਪਰ ਸੰਗਤਾਂ ਅੱਜ ਖੋਹਣ ਨਹੀਂ ਦਿੰਦੀਆਂ। ਸਤਿਗੁਰਾਂ ਨੇ ਉਹਨਾਂ ਨੂੰ ਵੀ ਅਲਰਟ ਕਰ ਦਿੱਤਾ ਹੈ। ਸ਼ਾਸਤਰ ਮਾਰੇ ਦੋਨੋਂ ਦਿਸ਼ ਮੈਂ ਬਲ ਕੋ ਕਰਤ ਫਿਰਤ ਆਪਸ ਮੈਂ। ਔਰ ਹੁਣ ਡੰਡੇ ਸੋਟੀਆਂ ਚੱਲਣ ਲੱਗੇ, ਸ਼ਾਸਤਰ ਚੱਲਣ ਲੱਗੇ ਇੱਕ ਦੂਜੇ ਤੇ। ਤੇਰੇ ਨਿਕਟ ਤਿਨ ਗੁਰੂ ਸੁਨਾਵੈ ਇਮ ਤੁਰ ਕਣ ਸਨ ਜੰਗ ਮਚਾਵੈ। ਔਰ ਜਿਹੜੇ ਸਤਿਗੁਰਾਂ ਦੇ ਕੋਲੇ ਬੈਠੇ ਆ ਉਹਨਾਂ ਨੂੰ ਤਜਰਬਾ ਵਿਖਾਉਂਦੇ ਆ, ਕਹਿੰਦੇ ਐਂ ਲੜਨਾ ਹੈਗਾ ਤੁਰਕਾਂ ਦੇ ਨਾਲ, ਇਸ ਤਰ੍ਹਾਂ ਤੁਰਕਾਂ ਨੂੰ ਸਿੱਧੇ ਕਰਨਾ ਹੈਗਾ। ਸੋਟੀ ਢੀਹੇ ਬਿਨਾ ਤੁਰੀਏ ਨਾ ਰਾਤ ਨੂੰ, ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ, ਇਹ ਪੁਰਾਣਾ ਮੁਹਾਵਰਾ ਹੁੰਦਾ ਸੀ। ਕਹੋ ਸਤਿਨਾਮ। ਸਤਿਗੁਰੂ ਵੀ ਕਹਿੰਦਾ ਕਿ ਮੇਰਾ ਸਿੰਘ ਜਦੋਂ ਵੀ ਕਿਸੇ ਪਾਸੇ ਜਾਵੇ ਇਹਦੇ ਕੋਲੇ ਕੋਈ ਨਾ ਕੋਈ ਸ਼ਾਸਤਰ ਜ਼ਰੂਰ ਹੋਣਾ ਚਾਹੀਦਾ, ਘੱਟੋ ਘੱਟ ਸੋਟੀ ਹੋਵੇ ਤੇ ਕੁੱਤਾ ਬਿੱਲਾ ਨੇੜੇ ਨਹੀਂ ਆਉਂਦਾ। ਕਹੋ ਸਤਿਨਾਮ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਿੱਖੋ, ਸਾਧ ਸੰਗਤ ਜੀ, ਜਿਹੜੇ ਤੁਸੀਂ ਲੁੱਟੇ ਗਏ ਨਾ, ਐ ਬਚਾਉਣਾ ਹੈ ਆਪਣੇ ਆਪ ਨੂੰ। ਮਾਰਨ ਮਰਨ ਹਜ਼ਾਰਨ ਹੋਏ ਰਾਜ ਲੈ ਸਿੰਘ ਬਨ ਸਭ ਕੋਏ। ਔਰ ਜਦੋਂ ਮੇਰਾ ਜਿਹੜੀਆਂ ਸਿੱਖ ਹਨ ਇਹ ਸਿੰਘ ਬਣ ਜਾਣਗੇ, ਜਦੋਂ ਮੇਰੇ ਸਿੱਖ ਹੈ ਜਿਹੜੇ ਇਹ ਸਿੰਘ ਬਣ ਜਾਣਗੇ, ਹਜ਼ਾਰਾਂ ਦੀ ਗਿਣਤੀ ਵਿੱਚ ਹੋ ਜਾਣਗੇ, ਤਾਂ ਇਹ ਰਾਜ ਵੀ ਖੋ ਸਕਦੇ ਹਨ। ਭੇਰਤ ਸੇ ਬਿਦ ਸੰਗਤ ਆਏ ਗੁਰਪਦ ਕਮਲਣ ਸੀਸ ਝੁਕਾਈ। ਇਸ ਤਰ੍ਹਾਂ ਗੁਰੂ ਪਿਆਰੋ ਲੜਦੇ ਹੋਏ ਡੱਲੇ ਹੋਰਾਂ ਦੇ ਨਾਲ, ਬਰਾੜਾਂ ਦੇ ਨਾਲ ਸਤਿਗੁਰਾਂ ਤੱਕ ਪਹੁੰਚ ਗਏ। ਅਸਵਾਸਨ ਕਰ ਬਹੁਰਿ ਬਖਾਨਾ ਇਮ ਸ਼ਾਸਤਰਨ ਸਨ ਬਨ ਸਬਦਾਨਾ। ਔਰ ਪਾਤਸ਼ਾਹ ਕਹਿੰਦੇ ਰੋਕਤਾ, ਕਹਿੰਦੇ ਠਹਿਰੋ ਠਹਿਰੋ, ਕੀ ਗੱਲ ਹੋ ਗਈ? ਉਹ ਸੰਗਤ ਕਹਿੰਦੀ ਜੀ ਬਰਾੜ ਲੁੱਟਣ ਆਏ ਸੀਗੇ। ਕਹਿੰਦੇ ਤੁਸੀਂ ਲੁੱਟਣ ਗਏ ਸੀਗੇ? ਕਹਿੰਦੀ ਤੁਸੀਂ ਭੇਜਿਆ ਸੀਗਾ ਸਾਨੂੰ। ਕਹਿੰਦੇ ਚੰਗਾ ਬੰਦ ਕਰੋ ਲੜਾਈ। ਇਹ ਇੱਕ ਤਜਰਬਾ ਕਰਾਇਆ, ਪ੍ਰੈਕਟੀਕਲ ਕਰਵਾਇਆ। ਕਹੋ ਸਤਿਨਾਮ। ਪ੍ਰੈਕਟੀਕਲ ਕਰਵਾਇਆ ਸਾਨੂੰ। ਜਿਵੇਂ ਤੁਸੀਂ ਬਰਾੜਾਂ ਨਾਲ ਲੜੇ ਕਿ ਆਪਣਾ ਭੇਟਾਵਾਂ ਬਚਾਈਆਂ, ਆਪਣੀਆਂ ਵਸਤੂਆਂ ਬਚਾਈਆਂ, ਲੁੱਟਣ ਨਹੀਂ ਦਿੱਤੀਆਂ, ਇਸੇ ਤਰ੍ਹਾਂ ਹੀ ਤੁਰਕਾਂ ਨਾਲ ਸੱਚੀ ਮੁੱਚੀ ਲੜਨਾ ਹੈ। ਕਹੋ ਸਤਿਨਾਮ। ਕਿਉਂਕਿ ਜੇ ਦੱਸ ਕੇ ਲੜਾਉਂਦੇ ਫਿਰ ਤਾਂ ਸ਼ਾਇਦ ਗੱਤਕਾਬਾਜੀ ਜੀ ਹੋ ਜਾਂਦੀ, ਵੀ ਮਾਰਨਾ ਵੀ ਹੈ ਤੇ ਬਚਾਉਣਾ ਵੀ ਹੈ, ਪਰ ਉੱਥੇ ਕਈਆਂ ਦੇ ਸੋਟੀਆਂ ਚੰਗੀ ਤਰ੍ਹਾਂ ਵੱਜ ਵੀ ਗਈਆਂ। ਕਹੋ ਸਤਿਨਾਮ। ਬਿਨਾਂ ਦੱਸੇ ਤੋਂ ਵੀ ਇਹ ਖੇਡ ਨਹੀਂ ਹੈ, ਸੱਚੀ ਮੁੱਚੀ ਲੁੱਟਣਾ ਹੀ ਆ। ਉਹ ਸੱਚੀ ਮੁੱਚੀ ਲੁੱਟਣ ਲੱਗੇ ਆ ਤੇ ਉਹ ਬਚਾਉਣ ਲੱਗੇ ਆ। ਖੈਰ ਪਾਤਸ਼ਾਹ ਨੇ ਰੋਕਿਆ ਫਿਰ ਸਾਰਿਆਂ ਨੂੰ, ਡੱਲੇ ਨੂੰ ਪਾਸੇ ਕਰਤਾ, ਸੰਗਤ ਨੂੰ ਪਾਸੇ ਕਰਤਾ। ਫਿਰ ਕਹਿੰਦੇ ਇਹ ਜਿਹੜਾ ਤੁਹਾਨੂੰ ਇੱਕ ਪ੍ਰੈਕਟੀਕਲ ਤਜਰਬਾ ਕਰਾਇਆ, ਮੈਂ ਪ੍ਰੈਕਟਿਸ ਕਰਾਈ ਹੈ, ਇਸ ਤਰ੍ਹਾਂ ਜਦੋਂ ਵੀ ਤੁਸੀਂ ਘਰਾਂ ਤੋਂ ਚੱਲੋ ਤੁਹਾਡੇ ਕੋਲ ਸ਼ਸਤਰ ਹੋਣਾ ਚਾਹੀਦਾ, ਵਰਸ਼ਾ ਹੋਵੇ, ਤਲਵਾਰ ਹੋਵੇ, ਸੋਟੀ ਹੋਵੇ, ਕੁਛ ਨਾ ਕੁਛ ਹੋਣਾ ਚਾਹੀਦਾ। ਤੇ ਜਦੋਂ ਕੋਈ ਲੁੱਟੇ ਤੇ ਫਿਰ ਏਦਾਂ ਸਿੱਧੇ ਕਰੋ। ਸ਼ਾਸਤਰ ਨੇ ਗਏ ਸੰਘਾਰਨ ਕਰੀਐ ਆਪਣਾ ਆਪ ਬਾਰਨ ਧਰੀਐ। ਔਰ ਸ਼ਸਤਰ ਰੱਖੋ ਹੱਥ ਵਿੱਚ, ਦੁਸ਼ਮਣ ਨੂੰ ਸੰਘਾਰ ਦਿਓ, ਮਾਰ ਦਿਓ ਤੇ ਆਪਣੇ ਆਪ ਨੂੰ ਬਚਾਓ ਸ਼ਸਤਰ ਨਾਲ। ਹੁਣ ਸਤ ਗੁਰ ਕਰਵਾਏ ਕਰਾਹੋ ਇੱਕ ਦਿਸ਼ ਸਭ ਤਰਵਾਵੇ ਤਾਹੋ। ਤਾਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਕੜਾਹ ਪ੍ਰਸ਼ਾਦ ਬਣਾਓ।
ਕਹਿੰਦੇ ਕੜਾਹ ਪ੍ਰਸ਼ਾਦ ਤਿਆਰ ਕੀਤਾ, ਕੜਾਹਾ ਭਰ ਕੇ ਤੇ ਕੜਾਹਾ ਧਰਤਾ ਉੱਥੇ ਸਾਈਡ ਤੇ ਕਰਕੇ। ਹੁਕਮ ਕਰਿਓ ਲੂਟੋ ਸਭ ਜਾਈ, ਸੁਨ ਕਰ ਪਰਿਓ ਖਾਲਸਾ ਧਾਈ। ਤੇ ਕਹਿੰਦੇ ਲੁੱਟੋ ਵੀ ਕੜਾਹ ਪ੍ਰਸ਼ਾਦ ਲੁੱਟੋ ਅੱਜ। ਫਿਰ ਸਾਰੇ ਜਣੇ ਲੁੱਟਣ ਲੱਗੇ ਕੜਾਹ ਪ੍ਰਸ਼ਾਦ ਨੂੰ। ਤਾਂ ਭੱਜ ਕੇ ਗਏ ਤੇ ਕੜਾਹੇ ਵਿੱਚੋਂ ਬੁੱਕ ਭਰ ਭਰ ਕੇ ਖਾਣ ਲੱਗੇ। ਬਲ ਕੋ ਕਰੇ ਧਕੇਲਣ ਤਬੈ, ਅਦਕ ਤਿਹਾਵਲ ਲੂਟਤ ਸਬੈ। ਕਹਿੰਦੇ ਗੁਰੂ ਸਾਹਿਬ ਦਾ ਹੁਕਮ ਹੈ ਕੜਾਹ ਲੁੱਟਣਾ ਹੈ। ਅੱਜ ਸਾਰੇ ਕੜਾਹ ਲੁੱਟਣ ਲੱਗੇ ਧੱਕੇ ਦੇ ਨਾਲ। ਕਿਵੇਂ ਨਗਰ ਕੀਰਤਨ ਵਿੱਚ ਏਦਾਂ ਹੀ ਹੁੰਦਾ, ਕਿਤੇ ਸਮੋਸੇ ਲੁੱਟੀ ਜਾ ਰਹੇ ਆ, ਕਿਤੇ ਕਚੌੜੀਆਂ ਲੁੱਟੀ ਜਾ ਰਹੇ ਆ। ਕਹੋ ਸਤਿਨਾਮ। ਪਰ ਪਾਤਸ਼ਾਹ ਨੇ ਇੱਕ ਤਜਰਬੇ ਕਰਾਏ ਆ, ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਾਇਆ ਹੈ। ਤਾਂ ਇੱਥੇ ਵੀ ਸੁਣੋ, ਪਾਤਸ਼ਾਹ ਨੇ ਕਹਿਤਾ ਲੁੱਟ ਲਓ, ਸਾਰੇ ਲੁੱਟਣ ਲੱਗੇ। ਫੇਰ ਕਰਾਇਓ ਫੇਰ ਲੁਟਾਇਓ, ਕਿਤ ਕਰਹਿ ਤੇਰੇ ਹੱਥ ਨ ਲਾਇਓ। ਔਰ ਫਿਰ ਪਾਤਸ਼ਾਹ ਨੇ ਕੜਾਹਾ ਹੋਰ ਬਣਵਾ ਕੇ ਧਰਤਾ, ਕਹਿੰਦੇ ਹੋਰ ਲੁੱਟੋ। 2-3 ਵਾਰੀ ਕੜਾਹ ਪ੍ਰਸ਼ਾਦ ਲੁਟਾਇਆ, ਪਰ ਕੁਝ ਸਿੱਖ ਸਾਈਡ ਤੇ ਬੈਠੇ ਰਹੇ, ਉਹਨਾਂ ਨੇ ਲੁੱਟਿਆ ਹੀ ਨਾ। ਪਾਤਸ਼ਾਹ ਉਹਨਾਂ ਨੂੰ ਵੀ ਦੇਖਦੇ ਰਹੇ, ਲੁੱਟਣ ਵਾਲਿਆਂ ਨੂੰ ਵੀ ਦੇਖਦੇ ਰਹੇ। ਜਿਹੜੇ ਸਾਈਡ ਤੇ ਬੈਠੇ ਸੀ, ਜਿਨ੍ਹਾਂ ਨੇ ਲੁੱਟਿਆ ਨਹੀਂ। ਸ਼੍ਰੀ ਮੁਖ ਬੂਝੋ ਲੂਟੋ ਨਾ ਕੈਸੇ, ਹਮਰੇ ਨਿਕਟ ਰਹੇ ਤੁਮ ਬੈਸੇ। ਉਹ ਤੁਸੀਂ ਨਹੀਂ ਜਾਂਦੇ ਭਾਈ ਲੁੱਟਣ। ਮੈਂ 3 ਵਜੇ ਬਚਨ ਕੀਤਾ, 3 ਵਾਰੀ ਕੜਾਹ ਪ੍ਰਸ਼ਾਦ ਰੱਖਿਆ ਕੜਾਹਾ ਭਰ ਕੇ, ਤੁਸੀਂ ਕਿਉਂ ਨਹੀਂ ਗਏ ਲੁੱਟਣ? ਹਾਥ ਜੋਰ ਤਿਨ ਬਿਨੇ ਬਿਖਾਨੀ, ਬੰਟੇ ਦੇ ਜੋ ਪ੍ਰਾਪਤ ਪਾਨੀ। ਉਹ ਨਹੀਂ ਮਹਾਰਾਜ, ਜਿਹੜਾ ਵੰਡਾ ਮਿਲ ਜੇ ਨਾ ਹੱਥੀਂ ਕੋਈ ਦੇਵੇ, ਆਪੇ ਦਿੱਤਾ ਦੁੱਧ ਬਰਾਬਰ। ਮੰਗ ਕੇ ਖਾਧਾ, ਆਪੇ ਦਿੱਤਾ ਦੁੱਧ ਬਰਾਬਰ। ਮੰਗ ਲਿਆ ਸੋ ਪਾਣੀ, ਖੋ ਕੇ ਖਾਧਾ ਰਤ ਬਰਾਬਰ। ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਖੋ ਕੇ ਖਾਣਾ ਖੂਨ ਦੇ ਬਰਾਬਰ ਹੈ, ਅਗਲੇ ਦਾ ਖੂਨ ਖਾਣ ਦੇ ਬਰਾਬਰ ਹੈ। ਕਹੋ ਸਤਿਨਾਮ। ਤੇ ਇਸ ਕਰਕੇ ਪਾਤਸ਼ਾਹ ਕਹਿੰਦੇ ਤੁਸੀਂ ਲੁੱਟਿਆ ਨਹੀਂ। ਕਹਿੰਦੇ ਨਹੀਂ ਮਹਾਰਾਜ, ਜਿਹੜਾ ਹੱਥ ਨਾਲ ਦੇ ਦੇਵੇ ਨਾ, ਉਹਦਾ ਆਨੰਦ ਹੀ ਅਲੱਗ ਹੈ। ਸੋ ਹਮ ਖੈ ਹੈ ਲੋਭ ਨਾ ਧਾਰ ਹੈ, ਸੁਨ ਸ਼੍ਰੀ ਮੁਖ ਤੇ ਗੁਰੂ ਉਚਾਰ ਹੈ। ਅਸੀਂ ਉਹਨਾਂ ਹੀ ਛਕ ਲਾਂਗੇ ਜਿੰਨਾ ਤੁਸੀਂ ਆਪਣੇ ਹੱਥ ਨਾਲ ਦੇ ਦਿਓ, ਉਸੇ 'ਚ ਹੀ ਸਾਨੂੰ ਮਹਾਰਾਜ ਸਬਰ ਹੈ। ਤੇ ਪਾਤਸ਼ਾਹ ਕਹਿੰਦੇ ਧੰਨ ਖਾਲਸਾ ਹੈ ਬਿਦ ਦੋਹੇ, ਸਤ ਸੰਤੋਖੀ ਵੀ ਬਹੋਏ। ਕਹਿੰਦੇ ਮੇਰਾ ਖਾਲਸਾ 2 ਰੂਪਾਂ ਦਾ, ਲੁੱਟਣ ਵਾਲਾ ਵੀ ਹੈ ਤੇ ਬਿਨਾਂ ਲੁੱਟਣ ਵਾਲਾ ਵੀ ਹੈ। ਕਹੋ ਸਤਿਨਾਮ। ਕਹਿਣ ਲੱਗੇ ਖਾਲਸਾ ਮੇਰਾ ਦੋਨੇ ਤਰ੍ਹਾਂ ਦਾ ਹੋਏਗਾ ਆਉਣ ਵਾਲੇ ਸਮੇਂ 'ਚ। ਤੇ ਲੁੱਟਣ ਵਾਲਾ ਉਸ ਤਰ੍ਹਾਂ ਨਹੀਂ ਕਿ ਐਵੇਂ ਕਿਸੇ ਦਾ ਸਮਾਨ ਲੁੱਟਣ ਵਾਲਾ। ਕਹੋ ਸਤਿਨਾਮ। ਉਸ ਤਰ੍ਹਾਂ ਜਿਵੇਂ ਸੰਗਤਾਂ ਲੁੱਟ ਲਿਆ ਸੀਗਾ, ਰਸਤੇ ਵਿੱਚ ਵਜੀਦੇ ਨੇ, ਜ਼ਬਰਦਸਤ ਖਾਂ ਵਰਗਿਆਂ ਦੀਆਂ ਫੌਜਾਂ ਨੇ, ਹੁਣ ਮੇਰਾ ਖਾਲਸਾ ਲੁੱਟਿਆ ਕਰੂਗਾ ਇਹਨਾਂ ਨੂੰ। ਕਹੋ ਸਤਿਨਾਮ। ਫਿਰ ਅਹਿਮਦ ਸ਼ਾਹ ਅਬਦਾਲੀ ਲੁਟੇਰਾ 17 ਵਾਰੀ ਹਿੰਦੁਸਤਾਨ 'ਚ ਆਇਆ। 17 ਵਾਰੀ ਉਸ ਨੇ ਇਸ ਹਿੰਦੁਸਤਾਨ ਨੂੰ ਲੁੱਟਿਆ। ਉਹਨੂੰ ਕਿਤੇ ਮੰਦਰਾਂ ਵਿੱਚ ਪਤਾ ਲੱਗਿਆ, ਕੋਈ ਮੂਰਤੀ ਥੋਥੀ ਸੀ, ਉਹਨੂੰ ਗੋਲਕ ਬਣਾਇਆ ਹੋਇਆ ਸੀ ਪੁਜਾਰੀਆਂ ਨੇ, ਉਹਦੇ ਵਿੱਚ ਹੀਰੇ ਜਵਾਹਰ ਸੋਨਾ ਚੰਦ ਰੱਖਿਆ ਹੋਇਆ ਸੀਗਾ। ਉਹ ਮੰਦਰਾਂ ਦੇ ਵਿੱਚ ਜਾਂਦਾ, ਉੱਥੇ ਚੜ੍ਹੇ ਛਤਰ ਲੁੱਟਦਾ, ਕਿਤੇ ਉਹ ਮੂਰਤੀ ਫੁੱਟ ਗਈ, ਕੁਝ ਵੱਜ ਕੇ ਤਾਂ ਸਮਾਨ ਖਿੰਡ ਗਿਆ, ਸੋਨਾ ਚਾਂਦੀ ਬੇਅੰਤ। ਫਿਰ ਉਹਨੇ ਮੂਰਤੀਆਂ ਭੰਨ ਕੇ ਵੀ ਦੇਖੀਆਂ ਵੀ ਇਹਨਾਂ ਦੇ ਵਿੱਚ ਕੋਈ ਚੀਜ਼ ਤਾਂ ਨਹੀਂ। ਕਹੋ ਸਤਿਨਾਮ। ਗੱਡੇ ਭਰ ਕੇ ਲੈ ਜਾਂਦਾ। ਸੋਮਨਾਥ ਮੰਦਿਰ ਦੇ ਚਾਂਦੀ ਦੇ ਗੇਟ ਲਾ ਕੇ ਲੈ ਚੱਲਿਆ। ਔਰ ਖਾਲਸਾ ਜੀ ਨੂੰ ਪਤਾ ਲੱਗਿਆ, ਬਾਬਾ ਦੀਪ ਸਿੰਘ ਜੀ ਕਈ ਵਾਰੀ ਉਸ ਨੂੰ ਲੁੱਟਣ ਦੇ ਵਿੱਚ ਉਹਨਾਂ ਦੇ ਵਿੱਚ ਸ਼ਾਮਲ ਸਨ, ਜਥਿਆਂ ਦੇ। ਤਾਂ ਗੁਰੂ ਪਿਆਰਿਓ, ਫਿਰ ਖਾਲਸੇ ਨੇ ਉਹਦਾ ਮਗਰਾ ਕਰਨਾ। ਔਰ ਮਗਰਾ ਕਰਨਾ ਇਹਨਾਂ ਨੇ ਇੱਥੋਂ ਤੱਕ ਕਿ ਹਿੰਦੁਸਤਾਨ ਦੀਆਂ ਬਹੂ ਬੇਟੀਆਂ, ਨੌਜਵਾਨ ਲੜਕੀਆਂ ਵੀ ਲੈ ਜਾਣੀਆਂ। ਦਿਨੇ ਇਹਨਾਂ ਨੇ ਗੁਰੂ ਪਿਆਰੋ ਤੀਆਂ ਪਵਾਉਣੀਆਂ। ਤੀਆਂ ਨਾਲ ਸਿੱਖੀ ਦਾ ਕੋਈ ਮਤਲਬ ਨਹੀਂ ਹੈਗਾ। ਕਹੋ ਸਤਿਨਾਮ। ਤੀਆਂ ਨਾਲ ਸਿੱਖੀ ਦਾ ਕੋਈ ਤਲਕ ਨਹੀਂ ਹੈਗਾ। ਇਹ ਤੀਆਂ ਅਹਿਮਦ ਸ਼ਾਹ ਵਾਲੀ ਵਰਗੇ ਲੁਟੇਰੇ ਲਵਾਉਂਦੇ ਸੀਗੇ। ਦਿਨੇ ਉਹਨਾਂ ਦਾ ਨਾਚ ਦੇਖਦੇ ਤੇ ਹੱਥ ਨੇ ਜਾਂਦੇ, ਉਹ ਲੜਕੀਆਂ ਨੂੰ ਬੰਨ੍ਹ ਕੇ ਨਾਲ ਲੈ ਜਾਂਦੇ। ਕਹੋ ਸਤਿਨਾਮ। ਫਿਰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਜਾ ਕੇ 2-2 ਟਕੇ ਦੀਆਂ ਉਹ ਲੜਕੀਆਂ ਵੇਚੀਆਂ ਜਾਂਦੀਆਂ। ਤੇ ਜਦੋਂ ਖਾਲਸਾ ਆਇਆ, ਇਸ ਤੋਂ ਪਹਿਲਾਂ ਉਹ 16-17 ਵਾਰੀ, 15-16 ਵਾਰੀ ਲੁੱਟ ਚੁੱਕਿਆ ਸੀਗਾ। 17ਵੀਂ ਵਾਰ ਖਾਲਸੇ ਨੇ ਨੱਕ ਮੋੜਿਆ ਉਸ ਦਾ। ਫਿਰ ਇਹ ਆਪਦੀ ਰੀਤ ਮੁਤਾਬਕ 17ਵੀਂ ਵਾਰ ਆਇਆ, ਇਹਨੇ ਲੁੱਟਮਾਰ ਕੀਤੀ। 17ਵੀਂ ਵਾਰ ਇਹ ਸੋਮਨਾਥ ਮੰਦਿਰ ਦੇ ਗੇਟ ਲਾ ਕੇ ਲੈ ਕੇ ਚੱਲਿਆ ਸੀਗਾ। ਲਸ਼ਕਰ ਨਾਲ ਹੈ। ਜੰਗਲ ਦੇ ਵਿੱਚ ਇਸ ਨੇ ਉਤਾਰਾ ਕੀਤਾ। ਗੁਰੂ ਪਿਆਰਿਓ, ਖਾਲਸਾ ਉਡੀਕਦਾ ਰਿਹਾ। ਇਹਨਾਂ ਨੇ ਜਸ਼ਨ ਮਨਾਇਆ, ਸ਼ਰਾਬਾਂ ਪੀਤੀਆਂ, ਮਾਸ ਮਿੱਟੀ ਖਾਧੇ। ਅੱਧੀ ਰਾਤ ਤੱਕ ਇਹ ਖੂਬ ਆਊਟ ਹੋ ਗਏ ਸ਼ਰਾਬਾਂ ਨਾਲ ਤੇ ਡਿੱਗ ਪਏ, ਸੌਂ ਗਏ, ਬੇਹੋਸ਼ ਹੋ ਗਏ। ਲੜਕੀਆਂ ਗੱਡੀਆਂ ਤੇ ਬੰਨੀਆਂ ਹੋਈਆਂ, ਇਹ ਬੇਹੋਸ਼ ਹੋ ਗਏ ਸਾਰੇ, ਸਿਪਾਹੀ ਕੀ ਸਾਰੇ ਜਿੰਨੇ ਵੀ ਸੀਗੇ।
ਤੇ ਖਾਲਸੇ ਨੇ ਫਿਰ ਦੇਖਿਆ ਰਾਤ ਦੇ 12 ਵਜੇ ਤੋਂ ਬਾਅਦ ਫਿਰ 12 ਵਜੇ ਜਾ ਕੇ ਹਮਲਾ ਕੀਤਾ ਇਹਨਾਂ ਤੇ। ਕਈਆਂ ਨੂੰ ਲੰਮੇ ਪਿਆਂ ਨੂੰ ਵੱਢਤਾ, ਕਈਆਂ ਉੱਠ ਖੜੇ ਜੰਗ ਦੇ ਵਿੱਚ ਵੱਢਤਾ ਤੇ ਉਹਨਾਂ ਦੇ ਕੋਲੋਂ ਸਾਰਾ ਸਮਾਨ ਖੋਹ ਕੇ ਲਿਆਂਦਾ। ਅੱਜ ਵੀ ਉਹ ਚਾਂਦੀ ਦੇ ਗੇਟ ਜਿਹੜੇ ਸੋਮਨਾਥ ਮੰਦਿਰ ਦੇ ਆ ਉਹ ਹਰਮੰਦਰ ਸਾਹਿਬ ਦੇ ਵਿੱਚ ਰੱਖੇ ਹੋਏ ਆ, ਕੋਈ ਸਤਨਾਮ ਚੜਾਏ ਹੋਏ ਆ ਉੱਥੇ। ਤਾਂ ਕਹਿਣ ਤੋਂ ਭਾਵ ਹੈ ਕਿ ਇਹ ਪਾਤਸ਼ਾਹ ਜੀ ਨੇ ਬਖਸ਼ਾ ਕੀਤੀਆਂ ਕਿ ਇੱਕ ਮੇਰਾ ਖਾਲਸਾ ਇਦਾਂ ਦਾ ਵੀ ਹੋਵੇਗਾ ਤੇ ਇੱਕ ਮੇਰਾ ਖਾਲਸਾ ਇਹੋ ਜਿਹਾ ਸਤੀ ਸੰਤੋਖੀ ਵੀ ਹੋਵੇਗਾ। ਬਹੁਤ ਲਟੇਰੇ ਪੀ ਵਿੱਚ ਬਣੈ ਥਿਰੇ ਅਣਖ ਪੀ ਸਿੱਖੀ ਸਣੈ। ਔਰ ਕਹਿੰਦੇ ਸਿੱਖੀ ਨੂੰ ਧਾਰਨ ਕਰਨ ਵਾਲੇ ਵੀ ਹੋਣਗੇ, ਪਰ ਕਹਿੰਦੇ ਵਿੱਚ ਲੁੱਟਣ ਵਾਲੇ ਵੀ ਹੋਣਗੇ। ਪਰ ਮਤਲਬ ਲੁੱਟਣਾ ਇਦਾਂ ਨਹੀਂ ਕਿ ਲੋਕਾਂ ਨੂੰ ਲੁੱਟਣਾ, ਉਸ ਤਰ੍ਹਾਂ ਨਹੀਂ ਹੈ। ਦੁਸ਼ਮਣ ਨੂੰ ਲੁੱਟਣਾ। ਦਾਦੂ ਦੇ ਦੁਆਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਲੇ ਗਏ, ਸਮਾਪਤੀ ਵੱਲ ਵੀ ਹੋਈ ਆਪਾਂ। ਦਾਦੂ ਦੇ ਦੁਆਰੇ ਤੇ ਚਲੇ ਗਏ ਤਾਂ ਜੈਤ ਰਾਮ ਉੱਥੋਂ ਦਾ ਮੁਖੀ ਹੈ। ਜੈਤ ਰਾਮ ਨੂੰ ਪਤਾ ਲੱਗਿਆ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਆਏ ਆ। ਉਹਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਤੁਹਾਡੇ ਵੱਡੇ ਵੀ ਸਾਡੇ ਕੋਲ ਆਏ ਸੀ ਡੇਰੇ 'ਚ ਦਾਦੂ ਕੋਲੇ, ਤੁਸੀਂ ਵੀ ਚਰਨ ਪਾਓ। ਪਾਤਸ਼ਾਹ ਕਹਿੰਦੇ ਅਸੀਂ ਤਾਂ ਚਰਨ ਫੇਰ ਪਾਵਾਂਗੇ, ਪਹਿਲਾਂ ਸਾਡੇ ਬਾਜਾਂ ਨੂੰ ਖਵਾ ਕੁਛ। ਹੁਣ ਉਹ ਵੈਸ਼ਨੂ ਸਾਧ ਸੀਗੇ ਤੇ ਬਾਜ ਮਾਸ ਖਾਂਦੇ ਆ। ਜੈਤ ਰਾਮ ਕਹਿੰਦਾ ਜੀ ਇਹ ਕੀ ਖਾਂਦੇ ਆ? ਕਹਿੰਦੇ ਇਹ ਖਾਂਦੇ ਆ ਮਾਸ, ਹੋਰ ਕੀ ਖਾਣਾ ਬਾਜਾਂ ਨੇ? ਮਹਾਰਾਜ ਅਸੀਂ ਤਾਂ ਮਾਸ ਨੂੰ ਹੱਥ ਨਹੀਂ ਲਾਉਂਦੇ, ਇਹ ਤੁਹਾਡੇ ਬਾਜਰੀ ਨਹੀਂ ਖਾ ਸਕਦੇ। ਪਾਤਸ਼ਾਹ ਕਹਿੰਦੇ ਪੁੱਛ ਲਾ ਇਹਨਾਂ ਨੂੰ। ਕਹਿੰਦੇ ਉਹਨੇ ਬਾਜਰੀ ਲਿਆ ਕੇ ਖਿਲਾਰੀ ਤੇ ਕਹਿੰਦਾ ਗੁਰੂ ਕੇ ਬਾਜੋ ਅੱਜ ਬਾਜਰੀ ਖਾ ਲਓ ਗਰੀਬ ਦੀ। ਉਹ ਬਾਜਰੀ ਚੁਗਣ ਲੱਗ ਪਏ ਕੋ ਸਤਨਾਮ ਸੀ। ਉਹਨਾਂ ਨੇ ਬਾਜਰੀ ਖਾਧੀ। ਫਿਰ ਪਾਤਸ਼ਾਹ ਉਹਦੇ ਖੁਸ਼ ਹੋਏ, ਉਹਦੇ ਡੇਰੇ 'ਚ ਗਏ। ਜੈਤ ਰਾਮ ਕਹਿੰਦਾ ਮਹਾਰਾਜ ਪਹਿਲੇ ਗੁਰੂ ਜਿਹੜੇ ਤੁਹਾਡੇ ਸਨ ਬਾਬੇ ਨਾਨਕ ਜੀ ਵਰਗੇ ਜਾਂ ਉਹਨਾਂ ਤੋਂ ਮਗਰੋਂ ਵਾਲੇ, ਉਹ ਤਾਂ ਲੋਕਾਂ ਨੂੰ ਭਜਨ ਬੰਦਗੀ ਨਾਲ ਜੋੜਦੇ ਸੀ ਤੇ ਤੁਸੀਂ ਆ ਫੌਜਾਂ ਬਣਾ ਲੀਆਂ। ਸਾਡਾ ਵੱਡਾ ਦਾਦੂ ਤਾਂ ਕਹਿੰਦਾ ਹੈ ਦਾਦੂ ਦਾਵਾ ਦੂਰ ਕਰ ਰਾਮ ਦਿਹਾੜੇ ਦਿਨ ਕੱਟ। ਗੁਰੂ ਸਾਹਿਬ ਜੀ ਕਹਿੰਦੇ ਐ ਨਹੀਂ ਕੰਮ ਚੱਲਣਾ। ਹੁਣ ਦਾਦੂ ਦਾਵਾ ਬਨ ਕੇ ਦੁਸ਼ਮਣ ਲਈਏ ਲੁੱਟ, ਇੱਕ ਰਹੇ ਸੀ ਖਾਲਸਾ ਹੋਰ ਮਰੇਗੀ ਹੁੱਟ। ਹੁਣ ਦਾਵਾ ਸੀ ਗੁਰੂ ਘਰ ਤੇ ਬੰਨਿਆ ਹੋਇਆ, ਜੇ ਆਪਾਂ ਦਾਅਵੇਦਾਰ ਨਾ ਹੋਈਏ ਤੇ ਇੱਥੇ ਜਨਾ ਖਣਾ ਹੀ ਆ ਕੇ ਬੇਅਦਬੀ ਕਰ ਸਕਦਾ ਕੋ ਸਤਨਾਮ। ਇਹ ਵੀ ਤਾਂ ਦਾਵਾ ਬੰਨਣਾ ਪਊਗਾ। ਖੈਰ ਵਿਚਾਰਾ ਇੱਥੇ ਰੋਕਦੇ ਆ, ਅਗਲੀਆਂ ਵਿਚਾਰਾ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਮੇਰੇ ਪ੍ਰੀਤਮ ਜੀ ਕਹਿੰਦੇ ਧੰਨ ਖਾਲਸਾ ਹੈ ਬਿਦ ਦੋਏ ਸਤ ਸੰਤੋਖੀ ਵੀ ਹੋਏ। ਮੇਰਾ ਖਾਲਸਾ ਧਨ ਹੈ, ਇਹ ਸਤੀ ਸੰਤੋਖੀ ਵੀ ਹੋਵੇਗਾ ਔਰ ਲੁੱਟਮਾਰ ਕਰਨ ਵਾਲਾ ਵੀ ਹੋਵੇਗਾ। ਬਹੁਤ ਲਟੇਰੇ ਪੀ ਬਚ ਬਣੈ ਥਿਰੇ ਅਣਖ ਪੀ ਸਿੱਖੀ ਸਣੈ। ਔਰ ਲੁੱਟਣ ਵਾਲੇ ਸਿੱਖੀ ਤੋਂ ਬਾਹਰ ਨਹੀਂ ਜਾਣਗੇ, ਉਹ ਗਰੀਬਾਂ ਦੀ ਲੁੱਟਮਾਰ ਨਹੀਂ ਕਰਨਗੇ। ਐਸੇ ਵੈਲੀ ਵੀ ਹੋਏ ਨਾ, ਰਾਜਿਆਂ ਦੇ ਖਜ਼ਾਨੇ ਲੁੱਟ ਕੇ ਗਰੀਬਾਂ ਨੂੰ ਵੰਡ ਦੇਣੇ। ਐਸੇ ਵੀ ਲੋਕ ਹੋਏ ਆ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ। ਖੈਰ ਪੁਨ ਅਮਰਤ ਕੇ ਕਰੇ ਕਰਾਹੇ ਦੇਤ ਪ੍ਰਭਾ ਸਰੋਵਰ ਮਾਹੇ। ਹਾਂ ਇਹ ਗੱਲ ਫਿਰ ਦਮਦਮਾ ਸਾਹਿਬ ਤਲਵੰਡੀ ਦੀ ਹੈ ਗੁਰੂ ਪਿਆਰਿਓ। ਤਾਂ ਫਿਰ ਪਾਤਸ਼ਾਹ ਨੇ ਅਮਰ ਦੇ ਕੜਾਹੇ ਤਿਆਰ ਕੀਤੇ ਤੇ ਉਹ ਸਰੋਵਰ ਦੇ ਵਿੱਚ ਪਾ ਦਿੱਤੇ। ਤਬ ਸਿੰਘਨ ਕਰ ਜੋਰ ਸੋ ਬੁਝੈ ਪ੍ਰਭ ਜੀ ਕਾਰਨ ਕੌਣ ਅਰੁਜੈ। ਮਹਾਰਾਜਾ ਅਮਰ ਤਿਆਰ ਕਰਕੇ ਬਾਟੀਆਂ ਵਿੱਚ ਇਹ ਸਰੋਵਰ ਵਿੱਚ ਕਿਉਂ ਪਾਇਆ, ਪਾਤਸ਼ਾਹ ਕੀ ਦੱਸਦੇ ਆ, ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व मैं जन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे पी हो बनहार। हे संत कै सदा संग आधार। हे ठाकुर हो दासरो मैं निर्गुण गुण नहीं कोई। नानक दीजै नाम दान राखो ही परोए। आए प्रभ शरणागति कृपा नित दयाल। एक अखर हर मन बसत नानक होत निहाल। एक ओंकार सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। वाहिगुरु जी का खालसा वाहिगुरु जी की फतेह।
ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ